ਅਸੀਂ ਚਾਹ ਦੀ ਰੋਕ ਲਗਾਈ ਸੀ, ਚਾਹ ਨਹੀਂ, ਬਾਕੀ ਅਸੀਂ ਇਹਨਾਂ ਨਾਲ ਸਹਿਮਤ ਨੇ, ਇਹ ਕਰ ਸਕਦੇ ਆ ਜੋ ਫੈਸਲਾ ਹੈ ਜੀ ਉਰੇ ਉਹ ਕਦੇ ਗੁਰਦੁਆਰੇ ਵੀ ਨਹੀਂ ਆਉਂਦੇ ਜੀ, ਉਹ ਕਦੇ ਉਰੇ ਕੈਮਰਾ ਕਰਕੇ ਦੇਖੋ, ਉਹ ਸਿਰਫ ਬਾਰ ਬਸ ਉੱਥੇ ਇੱਕ ਪੁਲੀ ਹੈ ਜੀ, ਉੱਥੇ ਜਾ ਕੇ ਗੱਲਾਂ ਕਰਦੇ ਪਾ ਉਹ। ਜੇ ਮੰਨ ਲਓ ਕਿ ਮੇਰੇ ਘਰ ਦੇ ਵਿੱਚ ਜਗ੍ਹਾ ਨਹੀਂ ਹੈ, ਮੈਂ ਕੋਈ ਪਾਠ ਕਰਾਉਣਾ ਚਾਹੁੰਦਾ, ਇਹ ਕਹਿੰਦੇ ਵੀ ਸਾਡੀ ਮਰਿਆਦਾ ਨਾਲ ਕਰਾਓ, ਵੀ ਨੂਣ ਹਲਦੀ ਤੇ ਚਾਹ ਨਹੀਂ ਅਸੀਂ ਪੜਨ ਦੇਣੀ ਅੰਦਰ। ਇਹ ਸੰਤ ਬਾਬਾ ਅਜੀਤ ਸਿੰਘ ਜੀ ਨਥਨਪੁਰ ਵਾਲੇ ਨੇ ਜਿਹੜੇ, ਉਹਨਾਂ ਦੀ ਸੇਵਾ ਕਰਵਾਈ ਹੋਈ ਆ, ਬਿਲਡਿੰਗ ਸਾਰੀ ਉਹਨਾਂ ਦੀ ਬਣਵਾਈ ਹੋਈ ਆ। ਉਹਨਾਂ ਦੀਆਂ ਕੁਝ ਮਰਿਆਦਾ ਨੇ ਕਿ ਇੱਕ ਤਾਂ ਉਹ ਸਾਦਾ ਲੰਗਰ ਪਾਣੀ ਛਕਾਉਂਦੇ ਨੇ, ਠੀਕ ਹੈ ਜੀ, ਇੱਕ ਚਾਹ ਦੀ ਮਰਿਆਦਾ, ਇੱਕ ਸਪੀਕਰ 'ਚ ਇਹਨੂੰ ਪਾਠ ਨਹੀਂ ਕਰਦੇ ਜੀ। ਇਹ ਦੋ ਤਿੰਨ ਕਿ ਸਾਡੀਆਂ ਮਰਿਆਦਾ ਨੇ। ਚਲੋ ਪਿੰਡ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਮਰਿਆਦਾ ਹੈ ਅਕਾਲ ਤਖਤ ਦੀ ਮਰਿਆਦਾ। ਅਸੀਂ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ, ਅਸੀਂ ਉਹਦੇ ਤੇ ਅਮਲ ਕਰਾਂਗੇ, ਅਸੀਂ ਅਮਲ ਕਰਦੇ ਹਾਂ ਤੇ ਅਸੀਂ ਉਹੀ ਮਰਿਆਦਾ ਚਾਹੁੰਦੇ ਹਾਂ। ਸਾਨੂੰ ਹੋਰ ਕਿਸੇ ਡੰਮ ਗੁਰੂ ਦੀ ਮਰਿਆਦਾ ਨਹੀਂ ਚਾਹੀਦੀ। ਅੱਜ ਕੋਈ ਗੁਰੂ ਬਣ ਕੇ ਆਪਣੀ ਮਰਿਆਦਾ ਚਲਾਉਂਦਾ, ਇਹ ਅਸੀਂ ਬਾਬਾ ਸਾਨੂੰ ਤਕਰੀਬਨ ਇਹ ਇੱਕ ਹਫ਼ਤੇ ਤੋਂ ਇਸ ਪਿੰਡ ਵੱਲੋਂ ਦੋਨਾਂ ਧਿਰਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਹਨਾਂ ਨੇ ਆਪਣੀਆਂ ਐਪਲੀਕੇਸ਼ਨਾਂ ਭੇਜੀਆਂ ਸਨ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵੀ ਵਿਖੇ ਭੇਜੀਆਂ। ਤਾਂ ਕਿ ਜਿਹੜੇ ਕਹਿ ਰਹੇ ਆ ਇਸ ਟਾਈਮ ਵੀ ਅਸੀਂ ਚਾਹ ਨਹੀਂ ਪੀਂਦੇ ਇਦਾਂ ਇਹ ਉਹ, ਤਾਂ ਮੈਂ ਤਾਂ ਕਹਿੰਦਾ ਵੀ ਉਹਨਾਂ ਦੇ 100 ਚੋਂ 70% ਘਰ 'ਚ ਸਾਰੇ ਬੱਚੇ ਵੀ ਚਾਹ ਵਰਤਦੇ ਹੀ ਆ, ਪੀਂਦੇ ਹੀ ਆ ਸਾਰੇ। ਨੰਬਰ 2 ਤੇ ਇਹ ਬੇਨਤੀ ਕਰਦਾ ਵੀ ਆਪਾਂ ਗੁਰੂ ਦੀ ਵਿਚਾਰ ਨੂੰ ਮੁੱਖ ਰੱਖ ਕੇ ਚੱਲੀਏ, ਉਹਦੇ ਨਾਲ ਫਿਰ ਸਾਡੇ ਮਤਭੇਦ ਖਤਮ ਹੋ ਸਕਦੇ ਆ। ਕਿਹਾ ਜਾਂਦਾ ਵੀ ਹਾਂ ਸਪੀਕਰ ਲਾ ਕੇ ਪਾਠ ਕਰਨਾ ਹੈ। ਇਹ ਸਾਡੇ ਰਵਿੰਦਰ ਸਿੰਘ ਜੀ ਇਹ ਲੋਕਡਾਊਨ ਦੇ ਵੀ ਸਪੀਕਰ 'ਚ ਪਾਠ ਕਰਨਗੇ, ਦੂਜੇ ਦਿਨ ਸਪੀਕਰ ਇਹਨਾਂ ਚੱਕ ਕੇ ਲੁਕੋ ਦਿੱਤਾ, ਮੈਕ ਲੁਕੋਤਾ, ਜਿਹੜਾ ਐਂਪਲੀਫਾਇਰ ਸੀ ਉਹ ਵੀ ਲੁਕੋ ਦਿੱਤਾ ਚੱਕ ਕੇ। ਫਿਰ ਜਦੋਂ ਗੱਲ ਕਰਦੇ ਆ ਵੀ ਹਾਂ ਸਪੀਕਰ 'ਚ ਨੂੰ ਪਾਠ ਕਰਨਾ, ਕਹਿੰਦੇ ਗਣਾਸੀਆਂ ਚੱਲਣਗੀਆਂ। ਹਜੇ ਵੀ ਇਹਨਾਂ ਦੇ ਜਿਹੜੇ ਵਿਚਾਰ ਆ ਗੁਰੂ ਘਰ ਨੂੰ ਲੈ ਕੇ ਮਰਿਆਦਾ ਦੇ ਸੰਬੰਧ ਵਿੱਚ, ਉਹ ਹਜੇ ਵੀ ਥੋੜਾ ਬਹੁਤਾ ਇਹਨਾਂ ਦੇ ਵਿੱਚ ਮਤਭੇਦ ਹੈਗੇ ਆ। ਜਿਵੇਂ ਇੱਕ ਧਿਰ ਵੱਲੋਂ ਦੱਸਿਆ ਜਾ ਰਿਹਾ ਵੀ 10-15 ਸਾਲ ਪਹਿਲਾਂ ਇੱਥੇ ਸਪੀਕਰ ਵੀ ਲਾਉਂਦੇ ਸੀਗੇ, ਕਿਉਂਕਿ ਦੇਖੋ ਉਹ ਵੀ ਅਸੀਂ ਉਹਨਾਂ ਦੀ ਵਿਚਾਰ ਨੂੰ ਅਣਦੇਖ ਨਹੀਂ ਕਰ ਸਕਦੇ। ਇੱਕ ਛੋਟਾ ਜਿਹਾ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਸੀਗਾ ਭਗਤ ਰਵਿਦਾਸ ਜੀ ਦਾ, ਤੇ ਸਾਰੇ ਜਿੰਨੇ ਵੀ ਸੰਗਤ ਸੀਗੀ ਸਾਰਾ ਹੀ ਪਿੰਡ ਇਹ ਗੁਰਦੁਆਰੇ 'ਚ ਆ ਕੇ ਮੱਥਾ ਟੇਕਦਾ ਸੀ, ਨਤਮਸਤਕ ਹੁੰਦਾ ਸੀ, ਸਾਰੇ ਪ੍ਰੋਗਰਾਮ ਹੁੰਦੇ ਸੀ। ਤੇ ਉਹ ਜੋ ਪ੍ਰੋਗਰਾਮ ਹੁੰਦੇ ਸੀਗੇ ਉਹ ਪਹਿਲਾਂ ਸਾਰੇ ਹੀ ਗੁਰੂ ਮਰਿਆਦਾ ਅਨੁਸਾਰ ਹੁੰਦੇ ਸੀ, ਜਿਹੜੀ ਮਰਿਆਦਾ ਕਿ ਅਕਾਲ ਤਖਤ ਤੇ ਚੱਲਦੀ। ਤੇ ਹੁਣ ਵੀ ਇਹੀ ਮਸਲਾ ਹੈ, ਇੱਕਦਮ ਗੁਰੂ ਦੀ ਇਹ ਮਰਿਆਦਾ ਚਲਾ ਰਹੇ ਆ। ਅੱਜ ਤੱਕ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਨੂੰ ਲੈ ਕੇ ਪਿੰਡ ਦੇ ਵਿੱਚ ਸੰਗਤਾਂ ਦੀਆਂ ਦੋ ਪ੍ਰਕਾਰ ਦੀਆਂ ਰਾਇਆਂ ਚੱਲਦੀਆਂ। ਇੱਕ ਮਹਾਂਪੁਰਸ਼ਾਂ ਦੀ ਵਿਚਾਰ ਨੂੰ ਲੈ ਕੇ ਤੁਰੇ ਹੋਏ ਆ ਵੀ ਉਹਨਾਂ ਨੇ ਸਾਨੂੰ ਬਚਨ ਕਰੇ ਆ, ਤੇ ਦੂਜੇ ਜਿਹੜੇ ਆਪਣੇ ਸੰਗਤ ਆ ਪਿੰਡ ਦੇ ਵਿੱਚੋਂ ਹੀ ਸਾਡੇ ਵੀਰ, ਉਹਨਾਂ ਦੀ ਵਿਚਾਰ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਮਰਿਆਦਾ ਆ ਉਹ ਸਾਰੇ ਥਾਵਾਂ ਤੇ ਲਾਗੂ ਹੋਣੀ ਚਾਹੀਦੀ ਆ, ਵੀ ਉਹੀ ਮਰਿਆਦਾ ਸਾਡੇ ਪਿੰਡ ਵਿੱਚ ਵੀ ਲਾਗੂ ਹੋਣੀ ਚਾਹੀਦੀ ਆ। ਸਾਰਾ ਹੀ ਪਿੰਡ ਇਹ ਚਾਹੁੰਦਾ ਹੈ ਕਿ ਮਰਿਆਦਾ ਅਕਾਲ ਤਖਤ ਦੀ ਹੋਣੀ ਚਾਹੀਦੀ ਹੈ। ਚਾਹ ਦਾ ਲੰਗਰ ਹੈ ਜਿਹੜਾ, ਹੁਣ ਕੋਈ ਸੜਕ ਪਰ ਬੈਠ ਕੇ ਤਾਂ ਚਾਹ ਪਿਲਾ ਨਹੀਂ ਸਕਦਾ। ਗੁਰੂ ਘਰ ਦੇ ਲੰਗਰ ਹਾਲ ਕਾਹਦੇ ਵਾਸਤੇ ਬਣਾਏ? ਇਹ ਬਿਲਡਿੰਗ ਹੈ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਆਪਾਂ ਪਿੰਡ ਕਕੋਟ, ਜ਼ਿਲ੍ਹਾ ਜੋ ਰੂਪਨਗਰ ਵਿੱਚ ਪੈਂਦਾ ਇਹ ਪਿੰਡ, ਇਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਜੋ ਮਰਿਆਦਾ ਨੂੰ ਲੈ ਕੇ ਪਿੰਡ ਦੇ ਵਿੱਚ ਸੰਗਤਾਂ ਦੀਆਂ ਦੋ ਪ੍ਰਕਾਰ ਦੀਆਂ ਰਾਇਆਂ ਚੱਲਦੀਆਂ। ਇੱਕ ਮਹਾਂਪੁਰਸ਼ਾਂ ਦੀ ਵਿਚਾਰ ਨੂੰ ਲੈ ਕੇ ਤੁਰੇ ਹੋਏ ਆ ਵੀ ਉਹਨਾਂ ਨੇ ਸਾਨੂੰ ਬਚਨ ਕਰੇ ਆ, ਤੇ ਦੂਜੇ ਜਿਹੜੇ ਆਪਣੇ ਸੰਗਤ ਆ ਪਿੰਡ ਦੇ ਵਿੱਚੋਂ ਹੀ ਸਾਡੇ ਵੀਰ, ਉਹਨਾਂ ਦੀ ਵਿਚਾਰ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਮਰਿਆਦਾ ਆ ਉਹ ਸਾਰੇ ਥਾਵਾਂ ਤੇ ਲਾਗੂ ਹੋਣੀ ਚਾਹੀਦੀ ਆ, ਵੀ ਉਹੀ ਮਰਿਆਦਾ ਸਾਡੇ ਪਿੰਡ ਵਿੱਚ ਵੀ ਲਾਗੂ ਹੋਣੀ ਚਾਹੀਦੀ ਆ। ਅਸੀਂ ਹੁਣ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਰੇ ਪਿੰਡ ਵੀ ਇਸ ਟਾਈਮ ਸਾਨੂੰ ਸਹਿਯੋਗ ਦੇ ਰਹੇ ਆ, ਸਾਰੇ ਜਣੇ ਰਲ ਕੇ, ਪਰ ਹਜੇ ਵੀ ਇਹਨਾਂ ਦੇ ਜਿਹੜੇ ਵਿਚਾਰ ਆ ਗੁਰੂ ਘਰ ਨੂੰ ਲੈ ਕੇ ਮਰਿਆਦਾ ਦੇ ਸੰਬੰਧ ਵਿੱਚ, ਉਹ ਹਜੇ ਵੀ ਥੋੜਾ ਬਹੁਤਾ ਇਹਨਾਂ ਦੇ ਵਿੱਚ ਮਤਭੇਦ ਹੈਗੇ ਆ। ਕੀ ਮਤਭੇਦ ਨੇ ਬਾਬਾ ਜੀ, ਦੱਸਣਾ ਚਾਹੂੰਗੇ ਥੋੜਾ ਜਿਹਾ ਖੁੱਲ੍ਹ ਕੇ ਚੈਨਲ ਦੇ ਜਾਰੇ? ਮਤਭੇਦ ਇਹ ਆ ਵੀ ਜਿਵੇਂ ਇਹ ਚਾਹੁੰਦੇ ਆ ਵੀ ਜਿਹੜਾ ਗੁਰੂ ਦਾ ਲੰਗਰ ਆ ਉਹ ਸਾਦਾ ਲੱਗਣਾ ਚਾਹੀਦਾ। ਦੂਜੀ ਧਿਰ ਕਹਿ ਰਹੀ, ਪਹਿਲੀ ਧਿਰ ਹਾਂ ਜਿਹੜੀ ਆਪਣੀ ਦੂਜੀ ਧਿਰ ਆ ਮਰਿਆਦਾ ਦੇ ਉਲਟਾ ਜਿਹੜੀ, ਹਾਂਜੀ ਹਾਂ, ਮਰਿਆਦਾ ਦੀ ਵਿਚਾਰ ਜਿਹੜੀ ਕਰ ਰਹੇ ਆ। ਪਰ ਹੁਣ ਦੇਖਦੇ ਅੱਗੇ ਦੋਨਾਂ ਇਹਨਾਂ ਪਿੰਡ ਵਾਸੀਆਂ ਦੀ ਸੰਗਤ ਦੇ ਨਾਲ ਮਿਲ ਕੇ ਉਹਦਾ ਵਿਚਾਰ ਦਾ ਤਾਂ ਕੋਈ ਹੱਲ ਕੱਢਣੇ ਪੈਣਾ, ਕਿਉਂਕਿ ਅੱਜ ਸਿੱਖ ਸਿਧਾਂਤ ਜਿਹੜੇ ਆ ਉਹਦੇ ਪਰ ਬੇਅਦਬੀਆਂ ਦਾ ਜਿਵੇਂ ਆਪ ਜੀ ਨੇ ਵੀ ਹੁਣ ਜ਼ਿਕਰ ਕੀਤਾ, ਫਿਰ ਇਹ ਮਤਭੇਦ ਵਿੱਚ ਕਈ ਵਾਰ ਤੀਜਾ ਬੰਦਾ ਧਿਰ ਆ ਕੇ ਕੋਈ ਫਾਇਦਾ ਉਠਾ ਜਾਂਦੀ ਆ। ਉਹ ਜਿਹੜਾ ਮਸਲਾ ਦੋਨਾਂ ਹੀ ਪਛਤਾਵੇ ਵਿੱਚ ਪੈ ਜਾਂਦਾ।
ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਦੋਨਾਂ ਧਿਰਾਂ ਦੇ ਵਿੱਚ ਕੋਈ ਇਦਾਂ ਦਾ ਵਿਵਾਦ ਖੜਾ ਹੋਵੇ ਤੇ ਕੋਈ ਗਲਤ ਅਨਸਰ ਉਹਦੇ ਵਿੱਚ ਕੋਈ ਫਾਇਦਾ ਲੈ ਕੇ ਜਾਵੇ। ਤੁਹਾਨੂੰ ਕਦੋਂ ਪਤਾ ਲੱਗਦਾ ਬਾਬਾ ਜੀ ਵੀ ਇਸ ਪਿੰਡ ਦੇ ਵਿੱਚ ਜੋ ਇਹ ਮਾਮਲਾ ਹੈ ਵੀ ਉੱਠਿਆ ਹੋਇਆ? ਸਾਨੂੰ ਤਕਰੀਬਨ ਇਹ ਇੱਕ ਹਫ਼ਤੇ ਤੋਂ ਇਸ ਪਿੰਡ ਵੱਲੋਂ ਦੋਨਾਂ ਧਿਰਾਂ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਹਨਾਂ ਨੇ ਆਪਣੀਆਂ ਐਪਲੀਕੇਸ਼ਨਾਂ ਭੇਜੀਆਂ ਸਨ, ਜੋ ਸ਼੍ਰੀ ਅਕਾਲ ਤਖਤ ਸਾਹਿਬ ਵੀ ਵਿਖੇ ਭੇਜੀਆਂ, ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਹੀ ਸਰਬ ਉੱਤਮ ਸਾਰੇ ਪਾਸੇ ਸਾਨੂੰ ਸੁਨੇਹਾ ਹੀ ਆ ਵੀ ਸਾਡੀ ਗੁਰਬਾਣੀ ਦੇ ਨਾਲ ਸਾਡੀ ਮਰਿਆਦਾ ਵੀ ਇੱਕ ਹੋਣੀ ਚਾਹੀਦੀ ਹੈ। ਦੂਜੇ ਪਾਸੇ ਮਰਿਆਦਾ ਨੂੰ ਲੈ ਕੇ ਗੁਰਬਾਣੀ ਨਾਲ ਜੁੜਨਾ, ਜਿਹੜੇ ਮਹਾਪੁਰਸ਼ਾਂ ਨਾਲ ਜੁੜੇ ਹੋਏ ਆ, ਕਿਹੜੇ ਮਹਾਂਪੁਰਸ਼ਾਂ ਦੇ ਨਾਮ ਜ਼ਿਕਰ ਕਰ ਰਹੇ ਹੋ? ਇਹ ਮਹਾਪੁਰਸ਼ ਨਸਲਪੁਰ ਵਾਲੇ ਬਾਬਾ ਅਜੀਤ ਸਿੰਘ ਜੀ ਆ, ਉਹਨਾਂ ਨਾਲ ਜੁੜੇ ਹੋਏ ਆ। ਦੇਖੋ, ਕਿਸੇ ਮਹਾਪੁਰਸ਼ਾਂ ਨਾਲ ਜੁੜਨਾ ਇੱਕ ਸਾਡੀ ਭਾਵਨਾ ਹੁੰਦੀ ਆ, ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਆ ਜਾਂਦੀ ਆ, ਉਹ ਫਿਰ ਉੱਥੇ ਆਪਾਂ ਇਹ ਨਹੀਂ ਕਹਿ ਸਕਦੇ, ਕਿਉਂਕਿ ਗੁਰੂ ਸਾਹਿਬ ਦੀ ਵਿਚਾਰਧਾਰਾ ਸਭ ਤੋਂ ਉੱਪਰ ਆ। ਗੁਰਸਿੱਖ ਲਈ ਵੀ ਆ, ਸੰਤ ਲਈ ਵੀ ਆ। ਇਹ ਸਾਰੇ ਸ਼ਬਦ ਅਲੱਗ-ਅਲੱਗ ਪਰਿਭਾਸ਼ਾ ਦੇ ਨੇ। ਉਹ ਮਹਾਪੁਰਸ਼ ਜਿਹਨੇ ਸ਼ਬਦ ਕਮਾਇਆ, ਉਹਨੂੰ ਆਪਾਂ ਸਿੱਖ ਸਿੱਖਣ ਵਾਲਾ, ਗੁਰਮੁਖ ਗੁਰੂ ਵਾਲਾ, ਸੰਤ ਜਿਹੜਾ ਆ ਤਿਆਗੀ, ਉਹਨੇ ਕਈ ਤਰ੍ਹਾਂ ਦੀਆਂ ਵਿਚਾਰਾਂ, ਬ੍ਰਹਮ ਗਿਆਨੀ। ਇਹ ਮਨੁੱਖ ਦੀ ਜੀਵਨ ਦੀ ਕਮਾਈ ਦੇ ਨਾਲ ਸ਼ਬਦ ਜੁੜ ਜਾਂਦੇ ਆ, ਪਰ ਸਭ ਤੋਂ ਉੱਪਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ। ਅਸੀਂ ਦੋਨਾਂ ਧਿਰਾਂ ਨਾਲ ਇਹੀ ਵਿਚਾਰ ਹੁਣ ਵੀ ਕਰਦੇ ਆ, ਸ਼ਾਇਦ ਨਾ ਫਿਰ ਵੀ ਸਾਡੇ ਵਿਚਾਰ ਹਜੇ ਕੁਝ ਸਮੇਂ ਚੱਲਣਗੇ। ਇਹਨਾਂ ਨੂੰ ਇਹੀ ਸਮਝਾਉਣ ਦਾ ਆਪਾਂ ਸਾਰਿਆਂ ਨੂੰ ਯਤਨ ਕਰਨਾ ਵੀ ਆਪਾਂ ਇੱਕ ਦੂਜੇ ਪਰ ਦੇਖੋ, ਜੀਵਨ ਦੀਆਂ ਕਮੀਆਂ ਮਨੁੱਖ ਦੇ ਅੰਦਰ ਬਹੁਤ ਸਾਰੀਆਂ ਹੁੰਦੀਆਂ, ਉਹ ਕਮੀਆਂ ਸਹਿਜੇ ਸਹਿਜੇ ਆਪਾਂ ਮਹਾਰਾਜ ਦੀ ਵਿਚਾਰ ਨਾਲ ਪੂਰੀਆਂ ਹੁੰਦੀਆਂ ਨੇ। ਅਸੀਂ ਦੋਨਾਂ ਧਿਰਾਂ ਨੂੰ ਇਹ ਬੇਨਤੀ ਇਹ ਕਰਨੀ ਚਾਹੁੰਦੇ ਆ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪਹਿਲ ਦੇ ਆਧਾਰ ਤੇ ਮੰਨਣਾ ਸਾਡੇ ਲਈ ਜ਼ਰੂਰੀ ਆ, ਕਿਉਂ ਸਾਨੂੰ ਮਹਾਪੁਰਸ਼ਾਂ ਨੇ ਕਿੱਥੇ ਜੋੜਿਆ? ਗੁਰੂ ਗ੍ਰੰਥ ਸਾਹਿਬ ਨਾਲ। ਸਾਡਾ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਨੇ। ਹਾਂਜੀ, ਉਹਨਾਂ ਨਾਲ ਆਪਾਂ ਜੁੜਨਾ ਆ, ਉਹਨਾਂ ਦੀ ਮਰਿਆਦਾ ਦੇ ਅਨੁਸਾਰ ਹੀ ਜੁੜਨਾ। ਫਿਰ ਵੀਰ ਕਈ ਸਾਡੇ ਨਾਲ ਹੀ ਜਿਨ੍ਹਾਂ ਨੇ ਸਵਾਲ ਵੀ ਕਰਿਆ ਸੀ, ਨਾਨਕਸਰ ਦੀ ਮਰਿਆਦਾ ਦੀ ਵੀ ਗੱਲ ਕੀਤੀ ਸੀ। ਨਾਨਕਸਰ ਜਿਹੜੀ ਮਰਿਆਦਾ, ਪਰ ਉੱਥੇ ਦੋ ਧਿਰਾਂ ਇਦਾਂ ਬਣੀਆਂ ਨਹੀਂ ਹੈਗੀਆਂ। ਜੇ ਉੱਥੇ ਬਣਦੀਆਂ ਸ਼ਾਇਦ ਉਹਦਾ ਕੋਈ ਹੱਲ ਨਿਕਲਦਾ। ਤੇ ਦੂਸਰਾ ਸਵਾਲ ਜਿਹੜਾ ਸੰਗਤ ਵਿੱਚੋਂ ਕਿਸੇ ਪ੍ਰੇਮੀ ਨੇ ਕਰਿਆ ਵੀ ਦਮਦਮੀ ਟਕਸਾਲ ਦੀ ਜਿਹੜੀ ਮਰਿਆਦਾ ਆ, ਦਮਦਮੀ ਟਕਸਾਲ ਦੀ ਜਿਹੜੀ ਮਰਿਆਦਾ ਆਪਾਂ ਦੇਖਦੇ ਉਹ ਮੁੱਢ ਕਦੀਮ ਤੋਂ ਚੱਲੀ ਆ ਰਹੀ ਆ। ਇਸ ਕਰਕੇ ਉਹ ਮਰਿਆਦਾ ਜਿੱਦਾਂ ਅਸੀਂ ਪਿੱਛੋਂ ਦੇਖਿਆ ਅੱਜ ਵੀ ਚੱਲੀ ਆ ਰਹੀ ਉਸੇ ਤਰ੍ਹਾਂ। ਪਰ ਇਹ ਪਿੰਡ ਵਿੱਚ ਜਿਵੇਂ ਇੱਕ ਧਿਰ ਵੱਲੋਂ ਦੱਸਿਆ ਜਾ ਰਿਹਾ ਵੀ 10-15 ਸਾਲ ਪਹਿਲਾਂ ਇੱਥੇ ਸਪੀਕਰ ਵੀ ਲਾਉਂਦੇ ਸੀਗੇ, ਕਿਉਂਕਿ ਦੇਖੋ ਉਹ ਵੀ ਅਸੀਂ ਉਹਨਾਂ ਦੀ ਵਿਚਾਰ ਨੂੰ ਅਣਡਿੱਠ ਨਹੀਂ ਕਰ ਸਕਦੇ। ਜੋ ਪਹਿਲਾਂ ਇੱਥੇ ਸਪੀਕਰ ਚੱਲਦਾ, ਪਰ ਉਹ ਇੱਕ ਸਵਾਲ ਖੜਾ ਹੋ ਜਾਂਦਾ। ਪਰ ਜਿਵੇਂ ਅੱਜ ਸਾਡੇ ਦੂਜੇ ਧਿਰ ਦੀ ਜਿਹੜੀ ਸੰਗਤ ਆ, ਉਹਨਾਂ ਨੇ ਕਿਹਾ ਵੀ ਜਿਹੜੀ ਗੁਰਬਾਣੀ ਆ, ਕੁਛ ਘਰ ਡਿਸਟਰਬ ਹੁੰਦੇ ਆ, ਲਾਗੇ ਜਿਹੜੇ ਪਰਿਵਾਰ ਨੇ, ਦੇਖੋ ਬੱਚੇ ਪੜ੍ਹਦੇ ਆ। ਇਹ ਸਾਡੇ ਜਿਵੇਂ ਡੀਸੀਆਂ ਵੱਲੋਂ ਵੀ ਸਾਨੂੰ ਹੁਕਮ ਆ ਵੀ ਜਿਹੜੀ ਆਵਾਜ਼ ਆ ਉਹ ਗੁਰਦੁਆਰੇ ਦੀ ਬਿਲਡਿੰਗ ਦੇ ਅੰਦਰ ਅੰਦਰ ਹੀ ਹੋਣੀ ਚਾਹੀਦੀ ਆ। ਦਰਬਾਰ ਸਾਹਿਬ ਦੇ ਅੰਦਰ ਅੰਦਰ ਜਿਵੇਂ ਭੱਠਾ ਸਾਹਿਬ ਦੀਆਂ ਸਾਨੂੰ ਹਦਾਇਤਾਂ ਹੁੰਦੀਆਂ ਡੀਸੀ ਵੱਲੋਂ, ਉਹ ਤੁਹਾਨੂੰ ਪੱਤਰਕਾਰਾਂ ਵੀਰਾਂ ਨੂੰ ਪਤਾ ਹੀ ਆ ਵੀ ਆਪਾਂ ਅੰਦਰ ਅੰਦਰ ਸਪੀਕਰ ਨਾਲ ਬਾਣੀ ਜਿਹੜੀ ਆ ਨਾ ਦਰਬਾਰ ਸਾਹਿਬ ਦੇ ਅੰਦਰ ਲਾ ਸਕਦੇ ਆ। ਬਾਹਰ ਦੀ ਆਵਾਜ਼ ਥੋੜੀ ਸਾਨੂੰ ਘੱਟ ਕਰਕੇ ਉਹਦੇ ਅਨੁਸਾਰ ਚੱਲਣਾ ਚਾਹੀਦਾ। ਹਜੇ ਵਿਚਾਰ ਇਹੀ ਆ, ਜਿੱਦਾਂ ਦੇਖਦੇ ਆ ਹੁਣ ਅੱਗੇ ਦੋਨਾਂ ਧਿਰਾਂ ਤੋਂ ਲਿਖਵਾ ਕੇ ਲਵਾਂਗੇ। ਤੇ ਕਿੰਨੀ ਕੁ ਦੇਰ ਤੱਕ ਜੋ ਹੱਲ ਹੋ ਜਾਊਗਾ ਇਸ ਗੱਲ ਦਾ? ਦੇਖੋ, ਹੱਲ ਤਾਂ ਜੀ ਸੰਗਤ ਦੇ ਆਪਣੇ ਹੱਥ ਵਿੱਚ ਹੀ ਆ। ਜੇ ਆਪਾਂ ਸਮਝੀਏ ਦੋਨੇ ਜਣੇ ਵੀ ਜਿਹੜਾ ਵੀ ਇਹ ਪਿੰਡ ਇਸ ਗੁਰਦੁਆਰੇ ਸਮਾਗਮ ਆ, ਦੂਜੀ ਧਿਰ ਜਾਂ ਪਹਿਲੀ ਧਿਰ ਆ ਜਾਂ ਪਹਿਲੀ ਜਾਂ ਦੂਜੀ ਧਿਰ, ਦੋਨੇ ਸੰਗਤਾਂ ਸਾਡੇ ਸਤਿਕਾਰਯੋਗ ਨੇ, ਰਲ ਕੇ ਇਸ ਗੁਰੂ ਘਰ ਵਿੱਚ ਆਪਣਾ ਕੰਮਕਾਰ ਜਿਹੜਾ ਜੇ ਸਰਬਸੰਮਤੀ ਨਾਲ ਚਲਾਉਣ। ਜਿਵੇਂ ਟੇਬਲ ਆ, ਦੇਖੋ ਮਰਿਆਦਾ ਨਹੀਂ ਹੈ। ਉਹ ਮੈਂ ਦੋਨੇ ਧਿਰਾਂ ਚੋਂ ਜਿਨ੍ਹਾਂ ਨੇ ਵੀ ਸਵਾਲ ਕਰਿਆ ਸੀ, ਇਹ ਮੈਂ ਦੋਨਾਂ ਧਿਰਾਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਗੁਰੂ ਘਰ 'ਚ ਆਪਾਂ ਟੇਬਲ ਨਹੀਂ ਲਾ ਸਕਦੇ ਹੈਗੇ, ਕਿਉਂਕਿ ਜੇ ਟੇਬਲ ਲੱਗੇਗਾ ਫਿਰ ਕੁਰਸੀ ਦਾ ਲੱਗਣਾ ਵੀ ਜ਼ਰੂਰੀ ਹੋ ਜਾਂਦਾ। ਇਸ ਕਰਕੇ ਆਪਾਂ ਥੱਲੇ ਬਹਿ ਕੇ ਲੰਗਰ ਛਕਣਾ ਚਾਹੀਦਾ।
ਕਿਸੇ ਗਰੀਬ ਭੈਣ ਭਰਾ ਬੱਚੇ ਦਾ ਵਿਆਹ ਆ, ਹੁਣ ਭੱਠਾ ਸਾਹਿਬ ਜਦੋਂ ਵੀ ਕਿਸੇ ਦਾ ਪ੍ਰੋਗਰਾਮ ਹੁੰਦਾ, ਕੋਈ ਅਰਦਾਸ ਹੁੰਦੀ ਆ, ਉਸ ਵੇਲੇ ਅਸੀਂ ਥੱਲੇ ਮੈਟ ਲਾ ਕੇ ਨਾ ਲੰਗਰ ਜਿਹੜਾ ਉੱਥੇ ਵਰਤਾਂਦੇ ਆ, ਵੀ ਉਹ ਕਹਿੰਦੇ ਨੇ ਕੁਰਸੀਆਂ ਸੀ ਕਿ ਨਹੀਂ ਮਰਿਆਦਾ 'ਚ ਨਹੀਂ ਹੈ। ਪਰ ਅਸੀਂ ਹੁਣ ਬਾਹਰ ਦੀਆਂ ਰੀਸਾਂ ਨਹੀਂ ਕਰ ਸਕਦੇ। ਦੇਖੋ ਕੈਨੇਡਾ ਦੇ ਸਿੱਖਾਂ ਦੀ ਆਪਣੀ ਵਿਚਾਰਧਾਰਾ ਜਿਹੜੀ ਆ, ਉਹ ਟੇਬਲ ਲਾਉਂਦੇ ਕਿ ਨਹੀਂ ਲਾਉਂਦੇ ਉਹਨਾਂ ਦੀ ਆਪਣੀ ਆਪਸੀ ਵਿਚਾਰ ਆ, ਪਰ ਜਿੱਥੇ ਮਤਭੇਦ ਪੈਦਾ ਹੋ ਜਾਂਦਾ ਉੱਥੇ ਫਿਰ ਮਾੜੀਆਂ ਗੱਲਾਂ ਤੇ ਵੀ ਸਵਾਲ ਵੱਡੇ ਖੜੇ ਹੋ ਜਾਂਦੇ ਆ। ਫਿਰ ਮੇਰੀ ਦੋਨੇ ਧਿਰਾਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਰਲ ਮਿਲ ਕੇ ਕਾਰਜਾਂ ਨੂੰ ਕਰੀਏ। ਬਾਕੀ ਜੋ ਤੁਹਾਡੀਆਂ ਵਿਚਾਰਾਂ ਹੋਣਗੀਆਂ ਉਹ ਵਿਚਾਰਾਂ ਤੁਹਾਡੀਆਂ ਅਸੀਂ ਲਿਖਤੀ ਰੂਪ ਵਿੱਚ ਸੰਗਤਾਂ ਦੀਆਂ ਲੈ ਕੇ ਸ਼੍ਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਸਾਹਿਬ ਜੀ ਨੂੰ ਭੇਜ ਦੇਣੀਆਂ, ਤੇ ਦੂਜੀਆਂ ਅਸੀਂ ਲਿਖਤਾਂ ਜਿਹੜੀਆਂ ਤੁਹਾਡੀਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ, ਅੱਗੇ ਜੋ ਸਿੰਘ ਸਾਹਿਬਾਂ ਦਾ ਵਿਚਾਰ ਹੋਊਗਾ ਉਹ ਸੰਗਤ ਨੂੰ ਇਹਨਾਂ ਦੇ ਕੋਲੋਂ ਸੁਨੇਹੇ ਸਾਰੇ ਸੰਦੇਸ਼ ਪਹੁੰਚ ਜਾਣੇ ਹੈ। ਤੇ ਫਿਰ ਮੈਂ ਇੱਕ ਵਾਰੀ ਬੇਨਤੀ ਕਰਦਾ ਵੀ ਆਪਾਂ ਗੁਰੂ ਦੀ ਵਿਚਾਰ ਨੂੰ ਮੁੱਖ ਰੱਖ ਕੇ ਚੱਲੀਏ, ਉਹਦੇ ਨਾਲ ਫਿਰ ਸਾਡੇ ਮਤਭੇਦ ਖਤਮ ਹੋ ਸਕਦੇ ਆ। ਇਹ ਕੁਝ ਕਹਿੰਦਾ ਭੁੱਲ ਚੁੱਕ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜ਼ਿਲ੍ਹਾ ਰੂਪਨਗਰ ਦੇ ਪਿੰਡ ਕਕੌੜ ਦੇ ਵਿੱਚ ਮੌਜੂਦ ਆ, ਜਿੱਥੇ ਕਿ ਇੱਕ ਧਾਰਮਿਕ ਸਥਾਨ ਜੋ ਕਿ ਗੁਰਦੁਆਰਾ ਸਾਹਿਬ ਵਿਖੇ, ਜੋ ਕਿ ਪਿਛਲੇ ਹਫ਼ਤੇ ਤੋਂ ਇੱਕ ਜੋ ਮਾਮਲਾ ਹੈ ਗਰਮਾਇਆ ਹੋਇਆ ਪਿੰਡ ਕਕੌੜ ਦੇ ਵਿੱਚ, ਇਹ ਨੇੜੇ ਪਰਖਾਲੀ ਦੇ ਕੋਲ ਪੈਂਦਾ ਜੀ, ਇਸੇ ਪਿੰਡ ਦੇ ਵਿੱਚ ਮੌਜੂਦ ਆ। ਤੇ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਵੀ ਜੋ ਇੱਕ ਧੀਰਾ ਪਿੰਡ ਦੇ ਵਿੱਚ ਉਹਨਾਂ ਵੱਲੋਂ ਇਹ ਐਪਲੀਕੇਸ਼ਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ, ਤੇ ਇਹਦੇ ਵਿੱਚ ਲਿਖਿਆ ਹੋਇਆ ਵੀ ਬੇਨਤੀ ਕੀਤੀ ਜਾਂਦੀ ਹੈ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸਪੀਕਰ ਲਗਾਉਣ ਤੇ ਵਿਰੋਧ ਹੁੰਦਾ ਹੈ ਤੇ ਕਿਸੇ ਨੂੰ ਚਾਹ ਪਾਣੀ ਪਿਲਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਦੂਸਰੀ ਧਿਰ ਵੱਲੋਂ, ਤੇ ਨਾ ਹੀ ਲੰਗਰ ਵਿੱਚ ਮਿਰਚ ਮਸਾਲਾ ਪਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਤੇ ਪਿੰਡ ਵਿੱਚ ਜਦੋਂ ਕੋਈ ਪ੍ਰੋਗਰਾਮ ਹੁੰਦਾ ਹੈ ਪਿੰਡ ਦੇ ਕੁਝ ਬੰਦੇ ਆਪਣੀ ਮਰਿਆਦਾ ਦੱਸਦੇ ਹਨ। ਇਸ ਤਰ੍ਹਾਂ ਦਾ ਜੋ ਮਾਮਲਾ ਹੈ ਪਿੰਡ ਦੇ ਵਿੱਚ ਜੋ ਕਿ ਦੇਖਣ ਵਿੱਚ ਆਇਆ, ਤੇ ਗੱਲਬਾਤ ਕਰਾਂਗੇ ਆਪਾਂ ਪਹਿਲੀ ਧਿਰ ਨਾਲ ਵੀ ਜਿਹੜੀ ਜੀ ਸਾਡੇ ਨਾਲ ਪਿੰਡ ਕਕੌੜ ਤੋਂ ਮੌਜੂਦ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਕੀ ਮਸਲਾ ਤੁਹਾਡੇ ਪਿੰਡ ਦੇ ਵਿੱਚ ਜੋ ਇੰਨਾ ਗਰਮਾਇਆ ਹੋਇਆ? ਇਹ ਮਸਲਾ ਥੋੜੀ ਟਾਈਮ ਤੋਂ ਗਰਮਾਇਆ ਜੀ। ਪਹਿਲਾਂ ਜਿਹੜੀ ਮਰਿਆਦਾ ਸੀਗੀ, ਇਹ ਜੋ ਅਕਾਲ ਤਖਤ ਦੀ ਮਰਿਆਦਾ ਹੈ ਦਰਬਾਰ ਸਾਹਿਬ ਦੀ, ਸਾਰੀ ਸੰਗਤ ਉਹਨੂੰ ਫੋਲੋ ਕਰਦੀ ਸੀ। ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਸੀਗਾ ਭਗਤ ਰਵਿਦਾਸ ਜੀ ਦਾ, ਤੇ ਸਾਰੇ ਜਿੰਨੇ ਵੀ ਸੰਗਤ ਸੀਗੀ ਸਾਰਾ ਹੀ ਪਿੰਡ ਇਹ ਗੁਰਦੁਆਰੇ ਚ ਆ ਕੇ ਮੱਥਾ ਟੇਕਦਾ ਸੀ, ਨਤਮਸਤਕ ਹੁੰਦਾ ਸੀ, ਸਾਰੇ ਪ੍ਰੋਗਰਾਮ ਹੁੰਦੇ ਸੀ। ਤੇ ਉਹ ਜੋ ਪ੍ਰੋਗਰਾਮ ਹੁੰਦੇ ਸੀਗੇ ਉਹ ਪਹਿਲਾਂ ਸਾਰੇ ਹੀ ਗੁਰੂ ਮਰਿਆਦਾ ਅਨੁਸਾਰ ਹੁੰਦੇ ਸੀ, ਜਿਹੜੀ ਮਰਿਆਦਾ ਕਿ ਅਕਾਲ ਤਖਤ ਤੇ ਚੱਲ ਰਹੀ ਹੈ। ਤੇ ਹੁਣ ਵੀ ਇਹੀ ਮਸਲਾ ਹੈ, ਇੱਕਦਮ ਗੁਰੂ ਦੀ ਇਹ ਮਰਿਆਦਾ ਚਲਾ ਰਹੇ ਹੈ। ਅੱਜ ਤੱਕ ਨਹੀਂ ਅਸੀਂ ਸੁਣਿਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਪਾਣੀ ਲੰਗਰ ਨਹੀਂ ਬਣਾਉਣ ਦਿੱਤਾ ਜਾਊਗਾ ਜਾਂ ਕੋਈ ਇਦਾਂ ਦਾ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਇਹ ਸਾਰੇ ਗੁਰਦੁਆਰਾ ਸਾਹਿਬ 'ਚ ਜਿਹੜਾ ਚਾਹ ਦਾ ਲੰਗਰ ਵੀ ਚੱਲਦਾ ਹੈ ਤੇ ਮਿਰਚ ਮਸਾਲੇ ਵੀ ਪੈਂਦੇ ਆ, ਤੇ ਜਿਹੜੇ ਬਣਾਉਣ ਵਾਲੇ ਹੁੰਦੇ ਆ ਉਹ ਵੀ ਇਹ ਮਿਰਚ ਮਸਾਲੇ ਬਕਾਇਦਾ ਲਿਸਟ ਲਿਖ ਕੇ ਦਿੰਦੇ, ਤੁਸੀਂ ਜਾਣਦੇ ਸਾਰੇ। ਤੇ ਦੇਖੋ ਸਾਧ ਸੰਗਤ ਜੀ, ਦਰਬਾਰ ਸਾਹਿਬ ਅੰਮ੍ਰਿਤਸਰ ਵੀ ਤਾਂ ਚਾਹ ਚੱਲਦੀ ਹੈ ਲੰਗਰ ਹਾਲ ਦੇ ਵਿੱਚ, ਤੇ ਸੋਲਖੀਆਂ ਸਾਹਿਬ ਕਿੱਡਾ ਬਾਬਾ ਦੀਪ ਸਿੰਘ ਜੀ ਦਾ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਉੱਥੇ ਵੀ ਚਾਹ ਦਾ ਲੰਗਰ। ਉਹ ਚਾਹ ਤੇ ਹੀ ਗੁਰਦੁਆਰਾ ਸਾਹਿਬ ਜਿਹੜਾ ਹੈ ਉਹ ਪ੍ਰਫੁੱਲਿਤ ਹੋਇਆ ਹੈ, ਜਿੱਥੇ ਡਰਾਈਵਰ ਰੁਕਦੇ ਸੀ ਪਹਿਲਾਂ। ਤੇ ਹੁਣ ਇਹ ਮਸਲਾ ਗਰਮਾਇਆ ਇਸ ਕਰਕੇ ਹੈ ਕਿ ਸਾਰਾ ਹੀ ਪਿੰਡ ਇਹ ਚਾਹੁੰਦਾ ਹੈ ਕਿ ਮਰਿਆਦਾ ਅਕਾਲ ਤਖਤ ਦੀ ਹੋਣੀ ਚਾਹੀਦੀ ਹੈ। ਚਾਹ ਦਾ ਲੰਗਰ ਹੈ ਜਿਹੜਾ, ਹੁਣ ਕੋਈ ਸੜਕ ਪਰ ਬੈਠ ਕੇ ਤਾਂ ਚਾਹ ਪਿਲਾ ਨਹੀਂ ਸਕਦਾ। ਗੁਰੂ ਘਰ ਦੇ ਲੰਗਰ ਹਾਲ ਕਾਹਦੇ ਵਾਸਤੇ ਬਣਾਏ ਹੈ? ਇਹ ਬਿਲਡਿੰਗ ਐਡੀ ਵੱਡੀ ਕਾਹਦੇ ਵਾਸਤੇ ਬਣਾਈ ਹੈ? ਇਹ ਬੈਠਣ ਵਾਸਤੇ ਹੀ ਹੈ। ਜੇ ਸੰਗਤ ਨਹੀਂ ਆਏਗੀ ਅੰਦਰ, ਬੈਠੇਂਗੇ ਨਹੀਂ, ਲੰਗਰ ਨਹੀਂ ਚੱਲੇਗਾ, ਫਿਰ ਉਹਦਾ ਫਾਇਦਾ ਕੀ ਹੈ? ਬਾਬਾ ਜੀ ਕਿਹਾ ਜਾਂਦਾ ਵੀ ਹਾਂ ਸਪੀਕਰ ਲਾ ਕੇ ਪਾਠ ਕਰਨਾ ਹੈ। ਇਹ ਸਾਡੇ ਰਵਿੰਦਰ ਸਿੰਘ ਜੀ ਇਹ ਲੋਕਡਾਊਨ ਦੇ ਵੀ ਸਪੀਕਰ 'ਚ ਪਾਠ ਕਰਨ ਗਏ, ਦੂਜੇ ਦਿਨ ਸਪੀਕਰ ਇਹਨਾਂ ਚੱਕ ਕੇ ਲੁਕੋ ਦਿੱਤਾ। ਮੈਂ ਇੱਕ ਲੁਕੋਤਾ, ਜਿਹੜਾ ਐਂਪਲੀਫਾਇਰ ਸੀ ਉਹ ਵੀ ਲੁਕੋ ਦਿੱਤਾ ਚੱਕ ਕੇ। ਫਿਰ ਜਦੋਂ ਗੱਲ ਕਰਦੇ ਆ ਵੀ ਹਾਂ ਸਪੀਕਰ 'ਚ ਨੂੰ ਪਾਠ ਕਰਨਾ, ਕਹਿੰਦੇ ਗਣਾਸੀਆਂ ਚੱਲਣਗੀਆਂ ਵੀ ਤੁਹਾਨੂੰ ਸਪੀਕਰ ਦੇ ਵਿੱਚ ਪਾਠ ਨਹੀਂ ਕਰਨ ਦੇਣਾ, ਚਾਹ ਪੀਂਦੇ ਆ ਤੁਸੀਂ, ਚਾਹ ਵਾਲੇ ਅੰਦਰ ਨਹੀਂ ਵੜਨ ਦੇਣੇ ਅਸੀਂ। ਇਹ ਗੱਲਾਂ ਚੱਲਦੀਆਂ, ਇਹਦੇ ਕਰਕੇ ਜ਼ਿਆਦਾ ਕੰਮ ਗਰਮ ਹੋਇਆ ਵਾ ਜੀ। ਇਸੇ ਕਰਕੇ ਅਸੀਂ ਐਪਲੀਕੇਸ਼ਨ ਸਾਹਿਬ ਆਨੰਦਪੁਰ ਸਾਹਿਬ ਦਿੱਤੀ ਹੈ ਕੇਸਗੜ੍ਹ ਸਾਹਿਬ ਨੂੰ, ਤੇ ਉਹਨਾਂ ਨੇ ਕੋਈ ਮਸਲਾ ਹੱਲ ਨਹੀਂ ਕਰਿਆ ਹਲੇ। ਉਹ ਤਫਤੀਸ਼ ਕਰਨ ਆਏ ਸੀ, ਉਹ ਕਰਕੇ ਚਲੇ ਗਏ ਆ। ਬਾਕੀ ਅੱਗੇ ਕੀ ਹੁੰਦਾ ਹੈ ਉਹ ਦੇਖਦੇ ਹੁਣ। ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਬਸ ਇਹੀ ਕਹਿਣਾ ਹੈ ਇਹਨਾਂ ਨੂੰ ਵੀ ਪਹਿਲਾਂ ਤਾਂ ਇਹਨੂੰ ਸੁਲਝਾਉਣਾ ਚਾਹੀਦਾ। ਬਾਕੀ ਨੰਬਰ 2 ਤੇ ਜਿੱਦਾਂ ਕਿ ਜਿਹੜੇ ਕਹਿ ਰਹੇ ਆ ਇਸ ਟਾਈਮ ਵੀ ਅਸੀਂ ਚਾਹ ਨਹੀਂ ਪੀਂਦੇ ਇੱਦਾਂ ਇਹ ਉਹ, ਤਾਂ ਮੈਂ ਤਾਂ ਕਹਿੰਦਾ ਵੀ ਉਹਨਾਂ ਦੇ 100 ਚੋਂ 70% ਘਰ 'ਚ ਸਾਰੇ ਬੱਚੇ ਵੀ ਚਾਹ ਵਰਤਦੇ ਹੀ ਆ, ਪੀਂਦੇ ਹੀ ਆ ਸਾਰੇ। ਨੰਬਰ 2 ਤੇ ਇੱਥੇ ਇਹਨਾਂ ਦਾ ਮੁੰਡਾ ਹੈ ਨਾਲੇ
ਜਿਸ ਟਾਈਮ ਨਵਾਂ ਗੁਰਦੁਆਰਾ ਬਣਾਉਣ ਤੋਂ ਬਾਅਦ ਮਹਾਰਾਜ ਦਾ ਪ੍ਰਕਾਸ਼ ਉਧਰ ਕੀਤਾ। ਇਹਨਾਂ 6-7 ਸਾਲ ਮੈਕ ਚ ਨੂੰ ਵੀ ਪਾਠ ਕੀਤਾ ਹੈ ਤੇ ਚਾਹ ਵੀ ਚੱਲਦੀ ਹੋਤੀ। ਉਸ ਟਾਈਮ ਅਸੀਂ ਆਪਣੇ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਵੀ ਮਨਾਉਂਦੇ ਤੇ ਬੜੀ ਧੂਮਧਾਮ ਨਾਲ। ਤੇ ਸਾਨੂੰ ਇਹਨਾਂ ਦੀ ਚਾਹ ਨਾਲ ਵੀ ਅਲਰਜੀ ਨਹੀਂ, ਕੋਈ ਨਹੀਂ, ਉਹ ਵੀ ਘਰਾਂ ਪੀ ਲਾਂਗੇ। ਜੇ ਆਪਣਾ ਜਿੱਦ ਦੱਸਦੇ ਆ ਅੜੀ ਤਾਂ ਆਪਾਂ ਵੀ ਫੇ ਪਗਾਣੀ ਜਾਣਦੇ ਆ। ਫੇ ਅਸੀਂ ਹੋਰ ਨਥਮਲਪੁਰ ਵਾਲੇ ਬਾਬੇ ਨੇ ਅਜੀਤ ਸਿੰਘ ਜੀ, ਉਹਨਾਂ ਵੱਲੋਂ ਰੀਤ ਚੱਲੀ ਹੋਈ ਹੈ ਵੀ 25 ਸਾਲ ਤੋਂ ਚੱਲਦੀ ਆ ਰਹੀ। ਇੱਕ ਨੌਜਵਾਨ ਨੇ ਇੰਟਰਵਿਊ ਦਿੱਤੀ ਹੈ। ਮੈਂ ਤਾਂ ਇਦਾਂ ਕਹਿਣਾ ਚਾਹੂੰਗਾ ਵੀ ਸਭ ਤੋਂ ਪਹਿਲਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਉਹਨਾਂ ਤੋਂ ਅੱਗੇ ਗੁਰੂ ਨਿਕਲੇ ਹੋਏ ਆ। ਆਪਾਂ ਪੜ੍ਹ ਕੇ ਹੀ ਕੋਈ ਬਣ ਸਕਦਾ ਹੈ, ਕਹਿ ਲੈਂਦੇ ਵੀ ਬ੍ਰਹਮ ਗਿਆਨੀ। ਤੇ ਜੇ ਇਹ ਉਹਨਾਂ ਦੀ ਮਨੁੱਖਤਾ ਦੀ ਉਹ ਇੱਕ ਆਪਣਾ ਬਣਾ ਕੇ ਰੂਲ ਚਲਾਉਂਦੇ ਆ ਤਾਂ ਉਹਨੂੰ ਮੈਂ ਨਹੀਂ ਮੰਨਦਾ। ਇਹ ਜਿੱਦਾਂ ਮਰਜ਼ੀ ਮੰਨਣ ਤੇ ਇਹਦਾ ਮੈਂ ਵਿਰੋਧ ਕਰੂੰਗਾ। ਮੈਂ ਜਿੱਥੇ ਤੱਕ ਮੇਰਾ ਹੋ ਸਕਿਆ ਮੈਂ ਉੱਪਰ ਵੀ ਜਾਊਂਗਾ। ਰਵਿੰਦਰ ਸਿੰਘ ਜੀ, ਕੀ ਲੱਗਦਾ ਸਿੰਘ ਸਾਹਿਬ ਵੀ ਆਣਗੇ? ਤੁਸੀਂ ਫੋਨ ਕੀਤਾ, ਗੱਲਬਾਤ ਹੋਈ ਹੈ? ਸਾਡੀ 2 ਵਾਰੀ ਗੱਲ ਹੋਈ ਆ ਉਹਨਾਂ ਦੇ ਨਾਲ। ਸਿੰਘ ਸਾਹਿਬ ਜੀ ਕਹਿੰਦੇ ਅਸੀਂ ਵੀ ਟੀਮ ਬਣਾ ਦਿੱਤੀ ਆ ਆਉਣ ਵਾਸਤੇ। ਉਹ ਸ਼ਾਇਦ ਟੀਮ ਨੂੰ ਮੈਨੂੰ ਲੱਗਦਾ ਵੀ ਕਿਸੇ ਦਾ ਆ ਰਹੀ ਹੈ ਪਿੰਡ ਦੇ ਵਿੱਚ ਟੀਮ ਪਹੁੰਚਣ ਵਾਲੀ ਹੈ। ਟੀਮ ਪਹਿਲਾਂ ਪਹੁੰਚ ਕੇ ਗੱਲ ਕਰਕੇ ਗਈ ਆ। ਹੈੱਡ ਗ੍ਰੰਥੀ ਸਾਹਿਬ ਆਏ ਤੇ ਇੱਕ ਕਥਾਵਾਚਕ ਸਿੰਘ ਜੀ ਆਏ ਤੇ ਉਹ ਆਪਣਾ ਮੋਹਾਲੀ ਅੰਬ ਸਾਹਿਬ ਗੁਰਦੁਆਰੇ ਤੋਂ ਆਏ। ਕੀ ਵਿਚਾਰ ਹੋਈ ਉਹਨਾਂ ਵੱਲੋਂ, ਮਤਲਬ ਕਿ ਦੋਨਾਂ ਧਿਰਾਂ ਨਾਲ? ਉਹਨਾਂ ਨੇ ਇਹੀ ਵਿਚਾਰ ਕਰੀ ਹੈ ਸਾਡੇ ਕੋਲ ਤਾਂ ਵੀ ਸਾਨੂੰ ਲਿਖ ਕੇ ਦੇ ਦਿਓ ਤੁਸੀਂ। ਦੇਖੋ ਜੀ, ਲਿਖ ਕੇ ਤਾਂ ਅਸੀਂ ਪਹਿਲਾਂ ਹੀ ਐਪਲੀਕੇਸ਼ਨ ਦੇ ਚੁੱਕੇ ਹਾਂ। ਦੁਬਾਰਾ ਲਿਖਾਉਣ ਦੇ ਨਾਲ ਸਾਡਾ ਕੋਈ ਉਹੀ ਬਿਆਨ ਹੈ, ਉਹੀ ਰਹੇਗਾ। ਤੇ ਅਸੀਂ ਚਾਹੁੰਦੇ ਹਾਂ ਜੀ ਵੀ ਅਸੀਂ ਐਸਜੀਪੀਸੀ ਨੂੰ ਵੀ ਇਹੀ ਅਪੀਲ ਕੀਤੀ ਸੀ। ਸਾਰੇ ਨਗਰ ਨੇ, ਸਾਰੀ ਪੰਚਾਇਤ ਨੇ, ਪੰਚਾਂ ਦੇ, ਸਰਪੰਚਾਂ ਦੇ, ਸਭ ਦੇ ਸਾਈਨ ਹੋਏ ਹੋਏ ਆ, ਮੋਹਰਾਂ ਲੱਗੀਆਂ ਪਈਆਂ ਨੇ ਤੇ ਸਾਰੇ ਹੀ ਘਰ ਐਗਰੀ ਹੈ। ਤੇ ਜਿਹੜੇ ਇਹ ਬੰਦੇ ਆ, ਇਹ ਬਾਹਰੋਂ ਬੰਦੇ ਆਉਂਦੇ ਨੇ ਕੁਝ ਪਿੰਡਾਂ ਤੋਂ ਤੇ ਆਪਣੀ ਮਰਿਆਦਾ ਸਾਡੇ ਤੇ ਠੋਕ ਰਹੇ ਨੇ, ਪਿੰਡ ਵਾਸੀਆਂ ਤੇ ਅੱਜ ਵੀ ਇਹ ਦੇਖੋ ਕਿੰਨਾ ਰੌਲਾ ਇਹਨਾਂ ਨੇ ਪਾਇਆ। ਕੋਈ ਕਿਸੇ ਤਰ੍ਹਾਂ ਦਾ ਐਲੀਗੇਸ਼ਨ ਲਾ ਲਿਆ, ਕੋਈ ਐਲੀਗੇਸ਼ਨ ਲਾ ਰਿਹਾ ਸਾਡੇ ਤੇ। ਇਹ ਨਗਰ ਕਗੌੜ ਦਾ ਗੁਰਦੁਆਰਾ ਨਹੀਂ ਹੋ ਗਿਆ, ਫਿਰ ਤਾਂ ਇਹਨਾਂ ਦਾ ਇੱਕ ਪਰਸਨਲ ਗੁਰਦੁਆਰਾ ਹੋ ਗਿਆ। ਇਸ ਕਰਕੇ ਜਿਹੜਾ ਪਰਸਨਲ ਗੁਰਦੁਆਰਾ ਸਮਝ ਕੇ ਇਹ ਆਪਣੀ ਮਰਿਆਦਾ ਠੋਕ ਰਹੇ ਆ ਸਾਡੇ। ਪਹਿਲਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਕਿਉਂਕਿ ਗੁਰਤਾ ਗੱਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ 10ਵੇਂ ਪਾਤਸ਼ਾਹ ਸਾਰਾ ਹੀ ਪਰਿਵਾਰ ਵਾਰ ਕੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ ਨੇ। ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲੀ ਮਰਿਆਦਾ ਹੈ ਅਕਾਲ ਤਖਤ ਦੀ ਮਰਿਆਦਾ। ਅਸੀਂ ਅਕਾਲ ਤਖਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਅਸੀਂ ਉਹਦੇ ਤੇ ਅਮਲ ਕਰਾਂਗੇ। ਅਸੀਂ ਅਮਲ ਕਰਦੇ ਹਾਂ ਤੇ ਅਸੀਂ ਉਹੀ ਮਰਿਆਦਾ ਚਾਹੁੰਦੇ ਹਾਂ। ਸਾਨੂੰ ਹੋਰ ਕਿਸੇ ਡੰਮ ਗੁਰੂ ਦੀ ਮਰਿਆਦਾ ਨਹੀਂ ਚਾਹੀਦੀ। ਅੱਜ ਕੋਈ ਗੁਰੂ ਬਣ ਕੇ ਆਪਣੀ ਮਰਿਆਦਾ ਚਲਾਉਂਦਾ। ਇਹ ਅਸੀਂ ਬਾਬਾ ਜੀ ਨਾਲ ਗੱਲ ਕਰੀ ਸੀ, ਸੇਵਾ ਸਿੰਘ ਨਾਲ, ਜਿਨ੍ਹਾਂ ਨੇ ਇਹ ਗੁਰਦੁਆਰੇ ਸਾਹਿਬ ਦੀ ਇਹ ਬਿਲਡਿੰਗ ਬਣਾਈ ਹੈ। ਉਹਨਾਂ ਨੂੰ ਅਸੀਂ ਇੱਕ ਗੱਲ ਪੁੱਛੀ ਹੈ ਵੀ ਬਾਬਾ ਜੀ ਇਹ ਦੱਸੋ ਵੀ ਤੁਸੀਂ ਕਹਿੰਦੇ ਵੀ ਚਾਹ ਪੀ ਕੇ ਐਂਟਰ ਹੋ ਜਾਓ ਗੁਰੂ ਘਰ ਦੇ ਵਿੱਚ, ਵੀ ਚਾਹ ਤਾਂ ਬੰਦੇ ਨੇ ਪੀ ਲਈ ਬਾਹਰ, ਜਦੋਂ ਉਹ ਐਂਟਰ ਹੋ ਗਿਆ ਫਿਰ ਚਾਹ ਵੀ ਤਾਂ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਚਲੇਗੀ। ਜੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਵੀ ਚਾਹ ਇੱਕ ਬਹੁਤ ਬੜੀ ਮਾੜੀ ਚੀਜ਼ ਹੈ। ਇਹ ਬਾਬਾ ਜੀ ਕਹਿੰਦੇ ਵੀ ਇਹ ਸਪੀਕਰ ਅਸੀਂ ਤਾਂ ਨਹੀਂ ਚਲਾਉਂਦੇ ਹੈਗੇ ਬਈ ਕੋਈ ਕਿਸੇ ਤਰ੍ਹਾਂ ਦਾ ਵੀ ਬਾਹਰ ਕੋਈ ਕਿਰਿਆਕਰਮ ਕਰਨ ਗਿਆ ਹੁੰਦਾ, ਲੈਟਰਿੰਗ ਬਾਥਰੂਮ ਬੈਠਾ ਹੁੰਦਾ ਬੰਦਾ, ਵੀ ਉਹਨੂੰ ਵੀ ਆਵਾਜ਼ ਸੁਣਦੀ ਹੈ। ਬਾਣੀ ਦੀ ਕਹਿੰਦੇ ਬੇਅਦਬੀ ਹੁੰਦੀ, ਇਹਨਾਂ ਦਾ ਮੰਨਣਾ ਉਹ ਅਸੀਂ ਨਹੀਂ ਕਹਿੰਦੇ। ਅਕਾਲ ਤਖਤ ਜਿਹੜਾ ਹੈਗਾ, ਅਕਾਲ ਤਖਤ ਜੀ ਮਹਾਨ ਹੈ ਤੇ ਸਾਰੇ ਨਗਰਾਂ ਵਿੱਚ ਗੁਰੂ ਘਰਾਂ ਦੇ ਵਿੱਚ ਸਪੀਕਰ ਚੱਲਦੇ ਤੇ ਇਹੋ ਸਾਡਾ ਗੁਰਦੁਆਰਾ ਹੈ ਜਿਹਦੇ ਵਿੱਚ ਇੱਕ ਸਪੀਕਰ ਲਾਉਣ ਤੇ ਇਹਨਾਂ ਨੇ ਬਹੁਤ ਵੱਡੀ ਵਿਵਾਦ ਖੜਾ ਕਰ ਦਿੱਤਾ। ਤੇ ਨਾ ਹੀ ਸਾਡੇ ਪਿੰਡ ਦੇ ਕਿਸੇ ਬੰਦੇ ਨੂੰ ਇੱਥੇ ਪਾਠ ਕਰਾਉਣ ਦੀ ਆਗਿਆ ਦਿੱਤੀ ਜਾਂਦੀ ਹੈ। ਜੇ ਮੰਨ ਲਓ ਕਿ ਮੇਰੇ ਘਰ ਦੇ ਵਿੱਚ ਜਗ੍ਹਾ ਨਹੀਂ ਹੈ, ਮੈਂ ਕੋਈ ਪਾਠ ਕਰਾਉਣਾ ਚਾਹੁੰਦਾ, ਇਹ ਕਹਿੰਦੇ ਵੀ ਸਾਡੀ ਮਰਿਆਦਾ ਨਾਲ ਕਰਾਓ, ਵੀ ਨੂਣ ਹਲਦੀ ਤੇ ਚਾਹ ਨਹੀਂ ਅਸੀਂ ਪੜਨ ਦੇਣੀ ਅੰਦਰ। ਨਵੀਂ ਮਰਿਆਦਾ ਇਹਨਾਂ ਦੀ ਆਪਣੀ, ਨਵੀਂ ਮਰਿਆਦਾ ਇਹਨਾਂ ਦੀ ਆਪਣੀ ਜਿਹੜੀ ਇਹਨਾਂ ਨੇ ਬਣਾਈ ਆ। ਅਸੀਂ ਕਿਹਾ ਵੀ ਦੇਖੋ ਚਾਹ ਸਾਡੇ 70% ਲੋਕ ਪੀਂਦੇ ਨੇ, ਕੋਈ ਹੋਊਗੇ ਜਿਹੜੇ 10 ਬੰਦੇ ਨਹੀਂ ਚਾਹ ਪੀਂਦੇ ਹੋਣਗੇ, ਠੀਕ ਹੈ ਨਾ ਜੀ। ਉਹਨਾਂ ਨੂੰ ਜਿਹੜੇ ਚਾਹ ਪੀਂਦੇ ਉਹਨਾਂ ਨੂੰ ਅਸੀਂ ਕਿਵੇਂ ਦੁੱਧ ਪਿਲਾ ਦਾਂਗੇ? ਨਾਲੇ ਜਿਹੜੀ ਕਿਸੇ ਦੀ ਮਰਿਆਦਾ ਹੈ ਅਸੀਂ ਕਿਵੇਂ ਆਪਣੇ ਤੇ ਠੱਪ ਲਈਏ? ਵਿਰੋਧ ਉਹੀ ਬੰਦਾ ਕਰਦਾ ਜਿਹਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਜਾਣਦਾ ਹੁੰਦਾ ਉਹ, ਕਿਉਂਕਿ ਮਰਿਆਦਾ ਸਾਨੂੰ ਪਤਾ। ਅਸੀਂ ਅੱਜ ਦਾ ਗ੍ਰੰਥੀ ਹੈ, ਤਿੰਨੋਂ ਭਾਈ ਦੇਖੋ ਸਾਡੇ ਕੋਲ ਬੈਠੇ ਖੜੇ ਨੇ। ਇਹ ਗੱਲ ਹੋਰ ਕਹਿਣੀ ਚਾਹੁੰਦਾ ਹੈ ਜੀ, ਜਿਵੇਂ ਅੱਜ ਦੇਖੋਗੇ ਤੁਸੀਂ ਬਾਹਰ ਦੇ ਬੰਦੇ ਜ਼ਿਆਦਾ ਹੈ, ਕਿਉਂਕਿ ਇੱਕ ਬੰਦੇ ਨੂੰ ਵੀ ਪਤਾ ਲੱਗੇ ਜਾਂਦਾ ਵੀ ਸੱਚ ਝੂਠ ਕਿੱਦਾਂ ਹੈ, ਕਿਹੜਾ ਹੈ। ਤੇ ਇਹਨਾਂ ਦੇ ਸੈਨ ਸੀਗੇ 4 ਘਰ ਇਹਨਾਂ ਦੇ ਨਾਲ, ਤੇ ਸਾਡੇ ਹੈਗੇ ਆ 70% ਸੈਨ ਹੈ ਤੇ ਅੱਧਾ ਪਿੰਡ, ਅੱਧੇ ਤੇ ਵੀ ਜ਼ਿਆਦਾ ਸਾਡੇ ਨਾਲੇ ਹੈ। ਤੇ ਉਰੇ ਬਾਹਰ ਦੇ ਬੰਦੇ ਦਾ ਤਾਂ ਮੇਰੇ ਹਿਸਾਬ ਨਾਲ ਕੰਮ ਨਹੀਂ ਕੋਈ, ਨਾ ਕਿ ਕਿਸੇ ਨੂੰ ਇੰਟਰਫੇਅਰ ਹੋਣਾ ਚਾਹੀਦਾ ਹੈ। ਇਹ ਸਾਡਾ ਪਿੰਡ ਹੈ, ਸਾਨੂੰ ਦਿੱਕਤ ਆਉਂਦੀ ਹੈ, ਪ੍ਰੋਬਲਮ ਸਾਨੂੰ ਹੈ, ਉਹਨਾਂ ਨੂੰ ਨਹੀਂ ਹੈ। ਪਿੰਡ ਦਾ ਮਸਲਾ ਪਿੰਡ ਦੇ ਲੋਕ ਹੀ ਨਿਬੇੜਨਗੇ, ਨਾ ਕਿ ਬਾਹਰਲੇ ਲੋਕ ਆਣ ਕੇ ਇੱਥੇ। ਉਹਨਾਂ ਦਾ ਬਿਲਕੁਲ ਗਲਤ ਹੈ ਇੱਥੇ ਆਣਾ, ਆ ਕੇ ਵਿੱਚ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ। ਕਿ ਇੱਥੇ ਲੜਾਈ ਵਾਲਾ ਮਾਹੌਲ ਵੀ ਬਣ ਗਿਆ ਸੀ, ਸਾਨੂੰ ਵੀ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਨਾਮ ਨਹੀਂ ਪਤਾ, ਨਾਮ ਦੱਸ ਸਕਦੇ ਹੋ ਬੰਦੇ ਦਾ? ਉਹਦਾ ਨਾਮ ਗੁਰਵਿੰਦਰ ਸਿੰਘ ਹੈ, ਸਨ ਆਫ ਜਸਪਾਲ ਸਿੰਘ ਹੈ। ਉਸ ਦੇ ਵੱਲੋਂ ਪੱਤਰਕਾਰਾਂ ਨੂੰ ਸਾਨੂੰ ਵੀ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਜਸਪਾਲ ਤੁਸੀਂ
ਇੱਥੇ ਕੀ ਕਰਨ ਆਏ ਹੋ, ਕਿਉਂ ਵੀਡੀਓ ਬਣਾ ਰਹੇ ਹੋ? ਹਾਂਜੀ ਬਿਲਕੁਲ ਜੀ ਬਿਲਕੁਲ, ਉਹ ਉਹਨਾਂ ਦਾ ਹੀ ਬੰਦਾ ਹੈ ਜੀ। ਉਹਨਾਂ ਨੇ ਹੀ ਬੰਦੇ ਸੱਦੇ ਵੇ ਸਾਰੇ। ਇਹ ਪਿੰਡ ਦੇ ਵਿੱਚ ਜਿੰਨੇ ਬੰਦੇ ਸੱਦੇ ਜਿਹੜੇ ਉੱਚੀ ਉੱਚੀ ਬੋਲਦੇ ਸੀ ਨਾ, ਜਿਹੜੇ ਮਾਹੌਲ ਗਰਮ ਕਰ ਰਹੇ ਸੀ, ਉਹ ਉਹਨਾਂ ਦੇ ਹੀ ਬੰਦੇ ਆ। ਤੇ ਪਹਿਲਾਂ ਹੀ ਉਹ ਬਦਮਾਸ਼ ਹੈ ਕਿ ਜਿਹੜੇ ਹੋਰ ਬੰਦਿਆਂ ਨੂੰ ਬੁਲਾਉਂਦੇ ਆ। ਇਹਨਾਂ ਨੇ ਇੱਕ ਬੰਦੇ ਦੀਆਂ ਕਹਿੰਦੇ ਲੱਤਾਂ ਵੀ ਤੋੜਤੀਆਂ ਜਾਂਦੀਆਂ। ਉਹ ਸਰਪੰਚ ਸਾਹਿਬ ਨੂੰ ਸਾਡਿਆਂ ਨੂੰ ਪਤਾ ਹੈ ਵੀ ਇੱਥੇ ਕਿਸੇ ਦੇ ਨਾਲ ਲੜਾਈ ਵੀ ਹੋ ਗਈ ਤੇ ਕਿਸੇ ਦੀ ਲੱਤਾਂ ਲੁੱਤਾਂ ਤੋੜਤੀਆਂ ਤੇ ਹਿਰਦਾਂ ਪਰ ਜੀ। ਉਹ ਉਹਨਾਂ ਨਾਲ ਤੁਸੀਂ ਵਿਚਾਰ ਕਰਕੇ ਦੇਖ ਲਓ, ਤੁਹਾਨੂੰ ਨਾਮ ਦੱਸ ਦੇਣਗੇ ਕਿਹੜੇ ਬੰਦੇ ਆ ਬਕਾਇਦਾ। ਤੇ ਦੇਖੋ ਜੀ, ਇਹ ਪਿੰਡ ਦਾ ਮਸਲਾ ਹੈ, ਪਿੰਡ ਦੇ ਵਿੱਚ ਇਹ ਸੁਲਝਣਾ ਚਾਹੀਦਾ। ਕਿ ਹੁਣ ਜਥੇਦਾਰ ਕਬੀਰ ਸਿੰਘ ਜੀ ਦੇ ਉੱਪਰ ਹੈ, ਉਹ ਜੋ ਫੈਸਲੇ ਲੈਣਗੇ ਵਧੀਆ ਲੈਣਗੇ। ਬਿਲਕੁਲ, ਸਾਨੂੰ ਉਹਨਾਂ ਤੇ ਮਾਣ ਹੈ। ਸਾਨੂੰ ਉਹਨਾਂ ਤੇ ਮਾਣ ਹੈ ਕਿ ਉਹ ਅਸਲੀ ਫੈਸਲਾ, ਸ਼ੁੱਧ ਫੈਸਲਾ ਲਓਗੇ, ਇੱਕ ਤਰਫਾ ਨਹੀਂ ਲਓਗੇ। ਤੇ ਦੋਨੇ ਤਰਫਾਂ ਨੂੰ ਦੇਖ ਕੇ ਨਾ, ਜੋ ਅਸਲੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਦੀ, ਜੋ ਐਸਜੀਪੀਸੀ ਦੀ ਮਰਿਆਦਾ ਹੈ, ਉਸ ਦੇ ਮੁਤਾਬਕ ਹੀ ਉਹ ਮਰਿਆਦਾ ਲਾ ਦੇਣ। ਅਸੀਂ ਉਹਦੇ ਫੁੱਲ ਚੜਾਉਂਦੇ ਹਾਂ ਜੀ। ਵਿੱਚ ਸਪੀਕਰ ਲਾਉਣ ਤੇ ਵਿਰੋਧ ਹੋ ਰਿਹਾ ਹੈ ਦੂਜੀ ਧਿਰ ਵੱਲੋਂ, ਅਤੇ ਜੋ ਗੁਰੂ ਸਾਹਿਬ ਦਾ ਲੰਗਰ ਹੈ, ਜੋ ਕਿ ਲੰਗਰ ਹਾਲ ਦੇ ਵਿੱਚ ਅਗਰ ਚਾਹ ਪਾਣੀ ਪਿਲਾਇਆ ਜਾਂਦਾ ਹੈ, ਪਹਿਲੀ ਧਿਰ ਵੱਲੋਂ ਕਿਹਾ ਜਾ ਰਿਹਾ ਵੀ ਉਸ ਦੇ ਵਿੱਚ ਮਿਰਚ ਮਸਾਲਾ ਜਾਂ ਕੁਝ ਹੋਰ ਨਾ ਪਾਇਆ ਜਾਵੇ। ਤਾਂ ਇਸ ਨੂੰ ਲੈ ਕੇ ਜੋ ਕਿ ਪਿੰਡ ਦੇ ਵਿੱਚ ਮਸਲਾ ਹੈ ਉਹ ਗੰਭੀਰ ਹੈ ਪਿਛਲੇ ਇੱਕ ਹਫ਼ਤੇ ਤੋਂ। ਤੇ ਸਿੰਘ ਸਾਹਿਬ ਵੀ ਆਏ ਸੀਗੇ ਜੋ ਕਿ ਕਥਾਵਾਚਕ ਨੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਦੇ, ਪ੍ਰਿਤਪਾਲ ਸਿੰਘ ਜੀ, ਉਹਨਾਂ ਨੇ ਵੀ ਸਾਰਾ ਆਪਣੀ ਵਿਚਾਰ ਦੱਸੀ ਹੈ। ਤੇ ਪਹਿਲੀ ਧਿਰ ਨੇ ਵੀ ਆਪਣੀ ਵਿਚਾਰ ਦੱਸੀ ਹੈ। ਤੇ ਦੂਜੀ ਧਿਰ ਜੋ ਸਾਡੇ ਨਾਲ ਮੌਜੂਦ ਹੈ ਪਿੰਡ ਦੀ, ਅਸੀਂ ਗੱਲਬਾਤ ਕਰਾਂਗੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਬਾਬਾ ਕੀ ਗੱਲ ਹੋ ਗਈ, ਮਤਲਬ ਕਿ ਪਿੰਡ ਦੇ ਵੀ, ਇੱਕੋ ਪਿੰਡ ਦੇ ਵਿੱਚ ਛੋਟਾ ਜਿਹਾ ਪਿੰਡ ਹੈ ਤੇ ਐਡਾ ਮਸਲਾ ਬਣ ਗਿਆ? ਇਹ ਦੇਖੋ ਜੀ, ਇਸ ਤਰ੍ਹਾਂ ਜੀ ਗੱਲ, ਇਹ ਸੰਤ ਬਾਬਾ ਅਜੀਤ ਸਿੰਘ ਜੀ ਨਥਨਪੁਰ ਵਾਲੇ ਨੇ ਜਿਹੜੇ, ਉਹਨਾਂ ਦੀ ਸੇਵਾ ਕਰਵਾਈ ਹੋਈ ਆ। ਬਿਲਡਿੰਗ ਸਾਰੀ ਉਹਨਾਂ ਦੀ ਬਣਵਾਈ ਹੋਈ ਆ। ਉਹਨਾਂ ਦੀਆਂ ਕੁਝ ਮਰਿਆਦਾ ਨੇ ਕਿ ਇੱਕ ਤਾਂ ਉਹ ਸਾਦਾ ਲੰਗਰ ਪਾਣੀ ਛਕਾਉਂਦੇ ਨੇ, ਠੀਕ ਹੈ ਜੀ। ਇੱਕ ਚਾਹ ਦੀ ਮਰਿਆਦਾ, ਇੱਕ ਸਪੀਕਰ 'ਚ ਇਹਨੂੰ ਪਾਠ ਨਹੀਂ ਕਰਦੇ ਜੀ। ਇਹ ਦੋ ਤਿੰਨ ਕਿ ਸਾਡੀਆਂ ਮਰਿਆਦਾ ਨੇ। ਚਲੋ ਪਿੰਡ ਸਰਬ ਸਾਂਝਾ ਗੁਰਦੁਆਰਾ ਸੀ, ਕਿਸੇ ਨੂੰ ਰੋਕਦੇ ਨਹੀਂ, ਠੀਕ ਹੈ ਜੀ। ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਕੁਝ ਕੁ ਮਰਿਆਦਾ ਸੀਗਾ ਕਿ ਜਿਹੜੀ ਚਾਹ ਹੈਗੀ ਹੈ ਨਾ, ਉਹ ਬਿਲਕੁਲ ਬੱਜਰ ਗ੍ਰਹਿਤ ਹੈ ਜੀ। ਉਹਦੇ ਜਿਹੜਾ ਤੰਬਾਕੂ ਨੂੰ ਨਿਕੋਟਿਨ ਪੈਂਦਾ ਜੀ, ਉਹਦੀ ਪੁੱਠ ਚਾੜੀ ਜਾਂਦੀ ਹੈ। ਇਸ ਕਰਕੇ ਅਸੀਂ ਗੁਰਦੁਆਰੇ 'ਚ ਐਂਟਰ ਨਹੀਂ ਕਰਨ ਦਿੰਦੇ ਉਹਨੂੰ, ਚਾਹ ਨੂੰ। ਚਾਹ ਦੀ ਸਿਰਫ ਮਨਾਹੀ ਹੈ। ਬਾਕੀ ਅਸੀਂ ਜਿਹੜੇ ਪਿੰਡ ਵਾਲੇ ਨੇ ਕਹਿੰਦੇ ਨੇ, ਉਰੇ ਕੋਈ ਵੀ ਪ੍ਰੋਗਰਾਮ ਹੈ, ਜਿਵੇਂ ਮਰਜ਼ੀ ਆਪਣਾ ਪ੍ਰਸ਼ਾਦਾ ਤਿਆਰ ਕਰ ਸਕਦਾ, ਤੜਕਾ ਵੀ ਲਗਾ ਸਕਦਾ, ਪੰਗਤ 'ਚ ਪ੍ਰਸ਼ਾਦਾ ਛਕਾ ਸਕਦਾ। ਬਾਕੀ ਕੁਰਸੀਆਂ ਟੇਬਲ ਨੇ ਜਿਹੜੇ। ਪ੍ਰੋਗਰਾਮ ਦੀ ਵੀ ਗੱਲ ਕੀਤੀ ਹੈ ਵੀ ਕਿਸੇ ਦਾ ਪ੍ਰੋਗਰਾਮ ਨਹੀਂ ਹੋਊਗਾ ਵਿਆਹ ਸ਼ਾਦੀ ਦਾ? ਨਹੀਂ, ਇਹੋ ਜੀ ਕੋਈ ਗੱਲ ਨਹੀਂ ਕੀਤੀ ਜੀ। ਇਹ ਸਰਬ ਸਾਂਝਾ ਗੁਰਦੁਆਰਾ ਹੈ, ਕੋਈ ਵੀ ਬੰਦਾ ਆਪਣਾ ਪ੍ਰੋਗਰਾਮ ਇੱਥੇ ਕਰ ਸਕਦਾ ਆਪਣੇ ਤਰੀਕੇ ਨਾਲ। ਸਿਰਫ ਚਾਹ ਨਹੀਂ, ਚਾਹ ਦੀ ਅਸੀਂ ਜਿਹੜੀ ਗੁਰਦੁਆਰੇ ਦੀ ਸੰਗਤ ਹੈ, ਉਹ ਅਸੀਂ ਦੁੱਧ ਪ੍ਰੋਵਾਈਡ ਕਰਵਾਉਂਦੇ ਹਾਂ ਇਹਨਾਂ ਨੂੰ। ਦੁੱਧ ਅਸੀਂ ਜਿਹੜੀ ਮਰਿਆਦਾ, ਨਸ਼ਾ ਮੰਨਿਆ ਜਾਂਦਾ ਚਾਹ, ਇਸ ਕਰਕੇ ਅਸੀਂ ਅੰਦਰ ਨਹੀਂ ਵੜਨ ਦਿੰਦੇ ਜਾਂਦੇ। ਜਿਹੜੀ ਮਰਿਆਦਾ ਕਿੰਨੀ ਕੁ ਦੇਰ ਤੇ ਚੱਲ ਰਹੀ ਹੈ ਤੁਹਾਡੇ ਇਸ ਗੁਰਦੁਆਰਾ ਸਾਹਿਬ? 25 ਸਾਲ ਹੋ ਗਏ ਜੀ ਚੱਲਦੇ ਨੇ। ਪਰ ਰੌਲਾ ਇਸ ਹਫ਼ਤੇ ਤੋਂ ਕਿਉਂ ਪਿਆ? ਇਹ ਪਤਾ ਨਹੀਂ, ਦੇਖੋ ਕੁਛ ਹੁੰਦੇ ਨੇ, ਕੋਈ ਕਈਆਂ ਨੂੰ ਨਹੀਂ ਸਹੀ ਲੱਗਦਾ, ਕਈਆਂ ਨੂੰ ਚੰਗੀ ਲੱਗਦੀ ਹੈ। ਹੁਣ ਆ ਕੇ ਗੱਲ ਵਧੀ ਹੈ, ਹੁਣ ਇਹਨਾਂ ਨੇ ਵਧਾ ਦਿੱਤੀ। ਹੁਣ ਤੁਹਾਨੂੰ ਤੁਹਾਡੇ ਮੇਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੋ ਕੀ? ਨਹੀਂ, ਇੱਥੇ ਕੋਈ ਪ੍ਰਧਾਨ ਨਹੀਂ ਹੈ ਜੀ, ਸਿਰਫ ਨਿਸ਼ਕਾਮ ਸੇਵਾ ਹੁੰਦੀ ਹੈ ਜੀ। ਸੇਵਾਦਾਰ ਹੈ ਜੀ ਅਸੀਂ ਤਾਂ। ਸੇਵਾ ਕੋਈ ਪ੍ਰਧਾਨ ਨਹੀਂ, ਕੋਈ ਕਮੇਟੀ ਨਹੀਂ ਇੱਥੇ, ਕੋਈ ਗੁਰਦੁਆਰਾ ਸਾਹਿਬ ਦਾ ਅਕਾਊਂਟ ਨਹੀਂ ਖੁੱਲਿਆ ਹੋਇਆ ਜੀ। ਸਿਰਫ ਸੇਵਾ ਚੱਲਦੀ ਆ। ਸੇਵਾ ਜੋ ਕੋਈ ਵੀ ਕਰ ਸਕਦਾ ਪਿੰਡ ਦਾ ਆ ਕੇ। ਸਪੀਕਰਾਂ ਨੂੰ ਲੈ ਕੇ ਵੀ ਇੱਕ ਲਾਈਨ ਲਿਖੀ ਹੋਈ ਹੈ ਦੂਜੀ ਧਿਰ ਨੇ ਤੁਹਾਡੇ ਉੱਪਰ ਵੀ ਸਪੀਕਰ ਨਹੀਂ ਲਾਉਣ ਦਿੰਦੇ ਸਵੇਰੇ ਸ਼ਾਮ, ਜੋ ਕਿ ਗੁਰਬਾਣੀ ਤਾਂ ਕਿ ਪਿੰਡ ਦੇ ਵਿੱਚ ਸਪੀਕਰ ਦਾ ਤਾਂ ਦੇਖੋ ਜੀ ਐਂ ਹੈਗਾ ਜੀ, ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਪਿੰਡ 'ਚ, ਸਾਰੇ ਸਪੀਕਰ ਲਾ ਕੇ ਆਪਣੇ ਪ੍ਰੋਗਰਾਮ ਕਰਦੇ, ਕਿਸੇ ਨੂੰ ਕੋਈ ਮਨਾਹੀ ਨਹੀਂ ਹੈ। ਡੇਲੀ ਦੀ ਗੱਲ ਕਰ ਰਹੇ ਨੇ ਵੀ ਡੇਲੀ ਦੇਖੋ ਜੀ, ਇਹਦਾ ਸੁਪਰੀਮ ਕੋਰਟ ਵੱਲੋਂ ਵੀ ਆਰਡਰ ਹੈ ਕਿ ਸਪੀਕਰ ਅਸੀਂ ਅਲਾਉਡ ਨਹੀਂ ਹੈਗਾ ਸਾਨੂੰ ਲਗਾਉਣਾ, ਅਸੀਂ ਨਹੀਂ ਲਗਾ ਸਕਦੇ ਜੀ। ਲਾਗ ਦੇ ਘਰ ਜਿੰਨੇ ਵੀ ਹੈਗੇ ਸਾਰੇ ਇਤਰਾਜ਼ ਕਰਦੇ ਆ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਖਰਾਬ ਹੁੰਦੀ ਹੈ, ਇਸ ਕਰਕੇ ਅਸੀਂ ਨਹੀਂ ਲਾਉਂਦੇ ਜੀ। ਸਾਨੂੰ ਪੇਸ਼ੈਂਟ ਵੀ ਹੁੰਦੇ ਕੋਈ ਨਾਲ ਹੀ, ਜਿੱਦਾਂ ਕੋਈ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੈ, ਕੋਈ ਬਿਮਾਰੀ ਹੈ, ਉੱਦਾਂ ਹੀ ਤਾਂ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਸਪੀਕਰ 'ਤੇ। ਇਹਦੇ ਕਰਕੇ ਕੁਝ ਚੀਜ਼ਾਂ ਇਹ ਵੀ ਇਹਨਾਂ ਨਾਲ ਸੰਬੰਧਿਤ ਕਰਦੀਆਂ ਜੀ। ਤਾਂ ਇਹੀ ਚੀਜ਼ਾਂ ਦਾ ਬਸ ਵੀ ਸਪੀਕਰ ਥੋੜਾ ਘੱਟ ਲਾਇਆ ਜਾਵੇ। ਪ੍ਰਿਤਪਾਲ ਸਿੰਘ ਜੀ ਆਏ ਸੀਗੇ, ਕੀ ਕਹਿਣਾ ਚਾਹੋਗੇ ਵੀ ਕੀ ਗੱਲ ਹੋਈ ਹੈ ਤੁਹਾਡੇ ਨਾਲ? ਕਥਾਵਾਚਕ ਆਏ ਸੀ ਨਾ ਭੱਠਾ ਸਾਹਿਬ ਵਾਲੇ, ਕੀ ਗੱਲ ਹੋਈ ਹੈ? ਉਹ ਤਾਂ ਜੀ ਦੇਖੋ, ਕਹਿ ਰਹੇ ਕਿ ਸਾਡੇ ਹੱਥ 'ਚ ਕੁਛ ਨਹੀਂ ਆ, ਉੱਪਰ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਹੋਊਗਾ ਉਹ ਅਸੀਂ ਦੇਵਾਂਗੇ। ਦੋਨੋਂ ਧਿਰਾਂ ਦੇ ਵਿਚਾਰ ਲੈ ਗਏ ਨੇ ਕਿ ਅਸੀਂ ਲਿਖ ਕੇ ਦੇਵਾਂਗੇ ਉਹਨਾਂ ਨੂੰ, ਉਹਨਾਂ ਨੇ ਵੀ ਲਿਖ ਕੇ ਆਪਣਾ ਦੇਣਾ, ਅੱਗੇ ਪੇਸ਼ ਕਰਨਗੇ ਜੋ ਅਕਾਲ ਸਾਹਿਬ ਦਾ ਫੈਸਲਾ ਹੋਊਗਾ। ਜਿਹੜੇ ਰੌਲਾ ਪਾਉਂਦੇ ਆ ਜੀ ਉਰੇ, ਉਹ ਕਦੇ ਗੁਰਦੁਆਰੇ ਵੀ ਨਹੀਂ ਆਉਂਦੇ ਜੀ। ਉਹ ਕਦੇ ਉਰੇ ਕੈਮਰਾ ਕਰਕੇ ਦੇਖੋ, ਉਹ ਸਿਰਫ ਬਾਰ ਬਸ ਉੱਥੇ ਇੱਕ ਪੁਲੀ ਹੈ ਜੀ, ਉੱਥੇ ਜਾ ਕੇ ਗੱਲਾਂ ਕਰਦੇ ਪਾ, ਉਹ ਫੈਸਲਾ ਬਣਾ ਕੇ ਉਰੇ ਲੜਾਈ ਕਰਦੇ ਨਾ ਉਹਨਾਂ ਦੇ ਦਾੜੀਆਂ ਹੈ ਜੀ। ਦੇਖ ਲੈ, ਬੀੜੀਆਂ ਪੀਂਦੇ ਆ, ਦਾਰੂ ਪੀਂਦੇ। ਉਰੇ ਇੱਕ ਦਿਨ ਉਹ ਹੋਇਆ ਜੀ, ਉਰੇ ਬੁਲਾਏ ਅੰਦਰ ਨਹੀਂ ਜਾਏ, ਸਾਰਿਆਂ ਨੇ ਦਾਰੂ ਪੀਤੀ ਵੀ ਤੀ। ਜਿਹੜੇ ਸਾਰੇ ਗੁਰਦੁਆਰੇ ਕਨੀ ਹੋਇਆ, ਬਾਕੀ ਉਹ ਵਿਵਾਦ ਵਾਲੇ ਬੰਦੇ ਆ ਜੀ, ਦਾਰੂ ਸ਼ਰਾਬੀ ਹੈ ਜੀ ਸਾਰੇ। ਕੋਈ ਬੀੜੀ ਪੀਂਦਾ, ਕੋਈ ਕੁਛ ਕਰਦਾ ਜੀ। ਕੋਈ ਗੁਰਸਿੱਖ ਨਹੀਂ ਹੈਗਾ ਉਹਨਾਂ 'ਚ, ਕੋਈ ਵੀ ਸਾਨੂੰ ਦਿਖਾ ਦੇ ਕੋਈ ਸਾਬਤ ਸੂਰਤ ਹੈ। ਸਿਰਫ ਇੱਕ ਕਹਿਣਾ 'ਚ ਰਵਿੰਦਰ ਸਿੰਘ, ਉਹ ਵੀ ਮਰਿਆਦਾ 'ਚ ਪੂਰਾ ਨਹੀਂ ਹੈ। ਦਾੜੀ ਨੂੰ ਆਪਣੀ ਨੂੰ ਕਾਲਫ ਲਗਾਉਂਦਾ, ਉਹ ਵੀ ਕੋਈ ਮਰਿਆਦਾ 'ਚ ਪੂਰਾ ਨਹੀਂ। ਕਾਲਫ ਲਗਾਉਣਾ ਕੋਈ ਦਾੜੀ ਦੀ ਮਰਿਆਦਾ ਹੈ ਨਹੀਂ। ਗੱਲ ਇਹਨਾਂ ਨੇ ਵੀ ਜਦੋਂ ਮਰਿਆਦਾ 'ਚ ਹੈ ਨਹੀਂ ਜੀ, ਕੱਲ੍ਹ ਨੂੰ ਉਹ ਗੁਰਦੁਆਰਾ ਸਾਹਿਬ ਵਾਸਤੇ ਲੜ ਰਹੇ ਹੈ, ਕੱਲ੍ਹ ਨੂੰ ਉਹ ਇੱਥੇ ਕੀ ਮਰਿਆਦਾ ਲਾਗੂ ਕਰੂਗੇ ਜੀ? ਇੱਥੇ ਦਾੜੀਆਂ ਬੱਚਿਆਂ ਨੂੰ ਰੰਗਾ ਕੇ ਲਿਆਉਂਗੇ ਜੀ?
ਇੱਥੇ ਟੇਬਲ ਕੁਰਸੀਆਂ ਲਵਾਉਂਗੇ ਜੀ ਵਿਆਹਾਂ ਸ਼ਾਦੀਆਂ ਨੂੰ, ਉਰੇ ਸ਼ਰਾਬੀਆਂ ਨੂੰ ਬਾੜੂਗੇ। ਇਹ ਚੀਜ਼ ਦੀ ਗੱਲ ਅਸੀਂ ਕਰ ਰਹੇ ਆ ਜੀ। ਜਦੋਂ ਇੱਥੇ ਵਿਆਹ ਜੀ ਪਿੰਡ ਮਾ ਬਾਹਰੋਂ ਕੋਈ ਬੰਦਾ ਸ਼ਰਾਬ ਪੀ ਕੇ ਆ ਗਿਆ, ਕੋਈ ਪਿੰਡ ਵਿਆਹ ਵਾਲੇ ਦਾ ਰਿਸ਼ਤੇਦਾਰ ਹੀ ਆ ਗਿਆ, ਤਾਂ ਇੱਥੋਂ ਅੰਦਰ ਬੜੇਗਾ ਜਦੋਂ ਦਾਰੂ ਪੀ ਕੇ, ਉਸ ਨੂੰ ਅਸੀਂ ਬਾਹਰ ਕੱਢ ਦਾਂਗੇ ਵੀ ਰੋਟੀ ਨਾਲ। ਉਹ ਤਾਂ ਗਲਤ ਗੱਲ ਹੈ। ਗਲਤ ਗੱਲ ਹੈ ਨਾ ਜੀ। ਇਸ ਚੀਜ਼ ਦੀ ਲੜਾਈ ਹੈ ਜੀ ਇੱਥੇ, ਹੋਰ ਕੋਈ ਚੀਜ਼ ਦੀ ਲੜਾਈ ਨਹੀਂ ਹੈਗੀ। ਬਾਅਦ ਇਸ ਚੀਜ਼ ਤੋਂ ਖੜਾ ਹੋਇਆ ਜੀ, ਕੁਰਸੀਆਂ ਟੇਬਲ ਤੋਂ। ਉਹ ਤੁਹਾਨੂੰ ਹੈੱਡ ਗ੍ਰੰਥੀ ਸਾਹਿਬ ਜਿਹੜੇ ਆਏ ਨੇ ਉਹਨਾਂ ਨੇ ਵੀ ਦੱਸਿਆ ਕਿ ਜਿਹੜਾ ਗੁਰੂ ਘਰ ਦੀ ਮਰਿਆਦਾ ਹੈ, ਪ੍ਰਸ਼ਾਦਾ ਜਿਹੜਾ ਪੰਗਤ 'ਚ ਬੈਠ ਕੇ ਛਕਿਆ ਜਾਂਦਾ, ਤਾਂ ਕਿ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਾਵੇ। ਇਸ ਗੱਲ ਤੋਂ ਸਾਰਾ ਵਿਵਾਦ ਛਿੜਿਆ ਸੀ। ਤੁਸੀਂ ਆਪਣੇ ਵੱਲੋਂ ਕੀ ਵਿਚਾਰ ਰੱਖਣਾ ਚਾਹੁੰਦੇ ਹੋ ਪਿੰਡ ਵੱਲੋਂ? ਜਦੋਂ ਇੱਥੇ ਵਿਆਹ ਵਿੱਚੋਂ ਇੱਥੋਂ ਲੰਗਰ ਛਕ ਕੇ ਉਰੇ ਨੱਚਣ ਲੱਗੇ, ਵੀਡੀਓ ਬਣਾ ਕੇ ਅਕਾਲ ਤਖਤ ਸਾਹਿਬ ਨੂੰ ਚਲੇਗੀ, ਤਾਂ ਅਸੀਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਇਸ ਗੱਲ ਦਾ? ਦਾਰੂ ਪੀ ਕੇ ਉਰੇ ਸ਼ਰਾਬੀ ਨੱਚਣਗੇ ਤਾਂ ਉਹਨੂੰ ਅਸੀਂ ਕੀ ਜਵਾਬ ਦੇਣਗੇ? ਜਦੋਂ ਖੜਵੀਂ ਰੋਟੀ ਉਰੇ ਲੱਗ ਗਈ, ਮਰਿਆਦਾ 'ਚ ਨਹੀਂ ਆਉਂਦੀ ਉਹ ਚੀਜ਼, ਤਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਕੀ ਜਵਾਬ ਦੇਵਾਂਗੇ? ਅਸੀਂ ਅਕਾਲ ਤਖਤ ਸਾਹਿਬ ਤੋਂ ਇਹੀ ਮੰਗ ਕਰਦੇ ਹਾਂ ਵੀ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਇਆ ਜਾਵੇ, ਤਾਂ ਕਿ ਕੱਲ੍ਹ ਨੂੰ ਕੋਈ ਪਿੰਡ ਲੈਵਲ ਤੇ ਕੋਈ ਵੱਡੀ ਪ੍ਰੋਬਲਮ ਨਾ ਖੜੀ ਹੋ ਜਾਣਾ। ਸਿਰਫ ਅਸੀਂ ਚਾਹ ਦੀ ਰੋਕ ਲੱਗੇਗੀ, ਅਸੀਂ ਚਾਹ ਨਹੀਂ, ਬਾਕੀ ਅਸੀਂ ਇਹਨਾਂ ਨਾਲ ਸਹਿਮਤ ਨੇ, ਇਹ ਕਰ ਸਕਦੇ ਆ। ਇਹਦਾ ਜੋ ਫੈਸਲਾ ਉਹ ਤਾਂ ਰਘਵੀਰ ਸਿੰਘ ਜੀ ਨਹੀਂ ਕਰਨਾ। ਮੇਰੀ ਗੱਲ ਸੁਣੋ ਜੀ, ਇਹ ਪਿੰਡ ਦੇ ਤਕਰੀਬਨ ਸਾਰੇ ਪ੍ਰੋਗਰਾਮ ਇਹੀ ਕਰਦੇ ਨੇ। ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਕਿਹੜਾ ਪ੍ਰੋਗਰਾਮ ਸਪੀਕਰ ਤੋਂ ਬਿਨਾ ਕਰਿਆ? ਪੁੱਛੋ ਜਰਾ ਜੀ, ਪੁੱਛੋ ਕਿਹੜਾ ਪ੍ਰੋਗਰਾਮ ਕਰਿਆ ਇਹਨਾਂ ਨਾਲ ਪਿੰਡ ਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਗਰ ਕਕੌਟ ਹੈ ਜੀ, ਜਿੱਥੇ ਆਪਾਂ ਖੜੇ ਆ, ਗੁਰਦੁਆਰਾ ਸਾਹਿਬ ਹੈ। ਇਹ ਸਭ ਤੋਂ ਪਹਿਲਾਂ ਜਿਹੜਾ ਭਗਤ ਰਵਿਦਾਸ ਦਾ ਗੁਰਦੁਆਰਾ ਛੋਟਾ ਸੀਗਾ, ਉਹ ਤੇ ਅਪਡੇਟ ਕਰਨ ਦੇ ਲਈ ਇਹ ਵੱਡਾ ਗੁਰਦੁਆਰਾ ਬਣਾਇਆ ਕਾਰ ਸੇਵਾ ਨੇ, ਜੋ ਵੀ ਇਹਨਾਂ ਦੇ ਮੈਂਬਰਸ ਹੈਗੇ ਆ ਬਾਹਰਲੇ ਪਿੰਡਾਂ ਦੇ ਸਾਰੇ, ਤੇ ਸਾਡੇ ਪਿੰਡ ਦੇ ਕੁਝ ਹੈਗੇ ਆ ਜੋ ਬੰਦੇ ਹੈਗੇ ਆ 5 ਜਾਂ 7 ਜਾਂ 10 ਜਿੰਨੇ ਵੀ ਹੋਊਗੇ, ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਜੀ, ਅਸੀਂ ਸਿਰਫ ਸਾਡੀ ਇੱਕੋ ਲੜਾਈ ਹੈ ਕਿ ਜੋ ਅਕਾਲ ਤਖਤ ਤੇ ਮਰਿਆਦਾ ਹੈ ਨਾ, ਅਸੀਂ ਉਹੀ ਲਾਗੂ ਕਰਾਉਣੀ ਚਾਹੁੰਦੇ, ਹੋਰ ਕੋਈ ਮਰਿਆਦਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ 25 ਸਾਲ ਤੋਂ ਚੱਲਦੀ ਆ ਰਹੀ ਵੀ ਰਵਿੰਦਰ ਸਿੰਘ ਤੰਗ ਕਰ ਰਿਹਾ। ਜੇ 20 ਸਾਲ ਗੁਰਦੁਆਰਾ ਸਾਹਿਬ ਬਣੇ ਨੂੰ ਹੋਏ, 25 ਸਾਲ ਦੀ ਮਰਿਆਦਾ ਮਤਲਬ ਕਿ 5 ਸਾਲ ਪਹਿਲਾਂ ਮਰਿਆਦਾ ਲਾਗੂ ਹੋ ਗਈ ਸੀ ਇਹਨਾਂ ਦੀ। ਆਪਣੇ ਇੰਟਰਵਿਊ 'ਚ ਦੱਸਿਆ ਮੁੰਡੇ ਨੌਜਵਾਨ ਆ ਤੋਂ 1 ਮਿੰਟ ਖੜ ਜਾਓ, ਸਵਾਲ ਪੁੱਛ ਲਓ, ਸਵਾਲ ਤੁਹਾਨੂੰ ਵੀ ਪੁੱਛ ਲਾਂਗੇ। ਦੇਖੋ ਜੀ, ਹੁਣ ਤੋਂ ਪਹਿਲਾਂ ਜਾਂ ਕਰੋਨਾ ਸੀਗਾ, ਇੱਥੇ ਸਪੀਕਰ ਲੱਗਿਆ ਹੋਇਆ ਸੀ। ਮੈਂ ਪਾਠ ਕਰਨ ਆਇਆ ਨਿਤਨੇਮ 5 ਬਾਣੀਆਂ ਦਾ, ਮੈਂ ਸਪੀਕਰ ਜਿਹਨੂੰ ਕਰਿਆ ਪੂਰਾ, ਉਹ ਸਪੀਕਰ ਲੱਗਿਆ ਹੋਇਆ ਸੀ ਤਾਂ ਹੀ ਕੀਤਾ। ਦੂਜੇ ਦਿਨ ਇਹਨਾਂ ਨੇ ਸਪੀਕਰ ਛੁਪਾ ਦਿੱਤਾ ਕਿੱਥੇ, ਉਹ ਤੋਂ ਬਾਅਦ ਜਿਹੜਾ ਵਿਵਾਦ ਵੱਧ ਗਿਆ। ਮਤਲਬ ਕਰੋਨਾ ਨੂੰ 19 'ਚ ਸੀਗੀ, 2019 ਦੇ ਵਿੱਚ ਕਰੋਨਾ ਆਈ ਹੈ, 19 ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਸਾਲ ਹੋ ਗਏ ਜੀ। ਇਹ ਤਾਂ ਮਰਿਆਦਾ ਮਤਲਬ ਕਿ ਇਹਨਾਂ ਇੱਕ ਮਰਿਆਦਾ ਹੈ ਜ਼ਰੂਰ, ਜੋ ਇਹਨਾਂ ਦੇ ਨੁਮਾਇੰਦੇ ਹੈਗੇ ਆ, ਜੋ ਇਹਨਾਂ ਦੀ ਬਰਸੀ ਹੈ ਬਾਬਾ ਜੀ ਦੀ, ਇਹ ਆਪਣੀ ਮਰਿਆਦਾ 'ਚ ਕਰਦੇ ਆ। ਬਾਕੀ ਜਿਹੜਾ ਪਿੰਡ ਹੈ ਉਹ ਕਿੱਥੇ ਜਾਊਗਾ? ਵੀਡੀਓ ਦੇ ਵਿੱਚ ਦੇਖਿਆ ਦੋਹਾਂ ਧਿਰਾਂ ਨੇ ਦੱਸਿਆ, ਤੇ ਕਥਾਵਾਚਕ ਪ੍ਰਿਤਪਾਲ ਸਿੰਘ ਜੀ ਇਸ ਪਿੰਡ ਦੇ ਵਿੱਚ ਪਹੁੰਚੇ ਸੀਗੇ, ਕਿਉਂਕਿ ਪਿਛਲੇ 1 ਹਫ਼ਤੇ ਤੋਂ ਜੋ ਇਹ ਮਸਲਾ ਹੈ ਉਹ ਵਧਿਆ ਹੋਇਆ ਤੇ ਗਰਮ ਹੋ ਚੁੱਕਿਆ। ਤੇ ਉਹਨਾਂ ਨੇ ਸਾਨੂੰ ਆਪਣੀ ਵੀਡੀਓ ਦੇ ਵਿੱਚ ਇੰਟਰਵਿਊ ਵਿੱਚ ਦੱਸਿਆ ਵੀ ਜੋ ਇਹ ਗੱਲ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੋ ਕਿ ਜਥੇਦਾਰ ਨੇ ਰਘਵੀਰ ਸਿੰਘ ਜੀ, ਉਹਨਾਂ ਤੱਕ ਪਹੁੰਚਾ ਦਿੱਤੀ ਜਾਵੇਗੀ। ਜੋ ਬਾਕੀ ਦਾ ਫੈਸਲਾ ਉਹ ਉਹਨਾਂ ਵੱਲੋਂ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।